जो तिहारी हम ना सकत कर सिफत तुम्हारी। आप लिहो तुम कथा सुधारी हम ना सकत कर सिफत तुम्हारी। आप लिहो तुम कथा सुधारी। सतनाम श्री वाहिगुरु साहिब जी। सुंदर छरी सो चंचल करते, अमर दास को दीनस करते। एहो ले जाहो सुमुख तिन होए, करहो दिखावन रह ना कोय। वाहिगुरु जी का खालसा वाहिगुरु जी की फतेह। परम सन्मान जो गुरु की साजी नवाजी गुरु खालसा साध संगत जी, ਆਪ ਜੀ ਬੜੇ ਪ੍ਰੇਮ ਨਾਲ ਧੰਨ ਧੰਨ ਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਤਿਹਾਸ ਸਰਵਣ ਕਰ ਰਹੇ ਹੋ। ਜਿਸ ਸਮੇਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਗਾਉਂਦੇ ਖੱਤਰੀ ਨੇ ਫਰਿਆਦ ਕੀਤੀ, ਮਹਾਰਾਜ ਮੈਂ ਪਿੰਡ ਵਸਾ ਰਿਹਾ ਹਾਂ ਅਤੇ ਮੇਰੀ ਨਗਰੀ 'ਚ ਭੂਤ ਵਸ ਗਏ ਹਨ। ਮਹਾਰਾਜ ਕਹਿੰਦੇ ਸੱਚ ਬੋਲ ਬਈ ਤੂੰ ਝੂਠੀ ਸਹੁੰ ਪਾਈ ਸੀ। ਕਹਿਣ ਲੱਗਾ ਹਾਂ ਮਹਾਰਾਜ, ਮੈਂ ਦਿੱਲੀ ਦੀ ਵੱਡੀ ਕਚਹਿਰੀ ਵਿੱਚ ਜਦੋਂ ਆਪਣਾ ਕੇਸ ਜਿੱਤਣ ਵਾਸਤੇ ਝੂਠੀ ਧਰਮ ਦੀ ਸਹੁੰ ਪਾਈ ਸੀ ਅਤੇ ਕੇਸ ਮੈਂ ਜਿੱਤ ਗਿਆ ਸੀ, ਜ਼ਮੀਨ ਮੇਰੀ ਬਣ ਗਈ ਸੀ, ਪਰ ਮਹਾਰਾਜ ਮੇਰੇ ਤੋਂ ਇਹ ਗੁਨਾਹ ਹੋਇਆ, ਮੈਂ ਕਸਮ ਖਾਧੀ ਹੈ। ਮਹਾਰਾਜ ਕਹਿੰਦੇ ਕਸਮ ਤਾਂ ਸੱਚੀ ਵੀ ਨਹੀਂ ਖਾਈ ਦੀ, ਤੂੰ ਝੂਠੀ ਕਸਮ ਖਾਧੀ ਹੈ, ਬਹੁਤ ਵੱਡਾ ਗੁਨਾਹ ਕੀਤਾ ਹੈ। ਸੋ ਹੁਣ ਤੈਨੂੰ ਗੁਰੂ ਨਾਨਕ ਦੀ ਸ਼ਰਨ ਆ ਗਿਆ ਹੈ, ਇਸ ਕਰਕੇ ਅਸੀਂ ਤੇਰੇ ਨਾਲ ਆਪਣੇ ਪਰਮ ਸੇਵਕ ਗੁਰੂ ਅਮਰਦਾਸ ਜੀ ਨੂੰ ਭੇਜਾਂਗੇ। ਸੋ ਸਤਿਗੁਰੂ ਅਮਰਦਾਸ ਸਾਹਿਬ ਜੀ ਉਦੋਂ ਸੇਵਾ ਕਰਿਆ ਕਰਦੇ ਸਨ। ਮਹਾਰਾਜ ਨੇ ਬੁਲਾ ਕੇ ਹੁਕਮ ਦਿੱਤਾ, ਪਹਿਲਾਂ ਆਪਣੇ ਦੋਵਾਂ ਪੁੱਤਰਾਂ ਨੂੰ ਬਾਬਾ ਦਾਸੂ ਜੀ ਦਾਤੂ ਜੀ ਨੂੰ ਵੀ ਵੰਗਾਰਿਆ, ਪਰ ਉਹ ਗੁਰੂ ਦੇ ਬਚਨਾਂ 'ਤੇ ਪੂਰੇ ਨਹੀਂ ਉਤਰੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹੁਕਮ ਮੰਨ ਕੇ ਚੱਲੇ ਹਨ। ਸਤਿਗੁਰੂ ਜੀ ਆਪਣੇ ਹੱਥ ਦੀ ਛੜੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸ੍ਰੀ ਅਮਰਦਾਸ ਜੀ ਨੂੰ ਦਿੱਤੀ ਹੈ। ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁੰਦਰ ਛਰੀ ਸੋ ਚੰਚਲ ਕਰਤੇ। ਮਹਾਰਾਜ ਸਾਹਿਬ ਜੀ ਬੜੀ ਸੋਹਣੀ ਛੜੀ ਹੱਥ ਵਿੱਚ ਰੱਖਦੇ ਸਨ, ਕਦੀ ਸੱਜੇ ਤੇ ਕਦੀ ਖੱਬੇ ਹੱਥ ਵਿੱਚ ਉਹਨੂੰ ਘੁਮਾਉਂਦੇ ਰਹਿੰਦੇ ਸਨ। ਅਮਰਦਾਸ ਕੋ ਦੀਨਸ ਕਰਤੇ। ਆਪਣੇ ਹੱਥ ਦੀ ਉਹ ਸੋਹਣੀ ਛੜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਖਸ਼ ਦਿੱਤੀ ਹੈ। ਇਹੋ ਲੈ ਜਾਹੋ ਸਮੁਖ ਤਿਨ ਹੋਏ। ਸਤਿਗੁਰੂ ਅੰਗਦ ਦੇਵ ਜੀ ਕਹਿੰਦੇ ਇਹ ਛੜੀ ਲੈ ਜਾਓ ਸ੍ਰੀ ਅਮਰਦਾਸ ਜੀ, ਤੇ ਜਾ ਕੇ ਉਹਨਾਂ ਭੂਤਾਂ ਪ੍ਰੇਤਾਂ ਦੇ ਸਾਹਮਣੇ ਇਹਦੇ ਦਰਸ਼ਨ ਕਰਾ ਦਿਓ। ਅਮਰਦਾਸ ਕੋ ਦੀਨਸ ਕਰਤੇ। ਆਪਣੇ ਹੱਥਾਂ ਤੋਂ ਮਹਾਰਾਜ ਨੇ ਇਹ ਬਖਸ਼ਿਸ਼ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਰ ਦਿੱਤੀ ਹੈ। ਕਰਹੁ ਦਿਖਾਵਨ ਰਹਿ ਹੈ ਨਾ ਤੇ। ਮਹਾਰਾਜ ਕਹਿੰਦੇ ਜਦੋਂ ਇਹ ਛੜੀ ਦਿਖਾਓਗੇ ਤੇ ਕੋਈ ਭੂਤ ਪ੍ਰੇਤ ਸਾਹਮਣੇ ਖਲੋ ਨਹੀਂ ਸਕੇਗਾ। ਜਹ ਜਹ ਚਰਨ ਤੁਹਾਰੋ ਫਿਰ ਹੀ। ਜਿੱਥੇ ਜਿੱਥੇ ਤੁਹਾਡੇ ਚਰਨ ਪੈਣਗੇ, ਛੜੀ ਦਾ ਤਾਂ ਬਹਾਨਾ ਹੀ ਹੈ ਤਾਂ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਲਾ, ਸ਼ਬਦ ਦੀ ਕਲਾ ਵਰਤ ਰਹੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਤੁਸੀਂ ਚਰਨ ਪਾਓਗੇ ਉੱਥੇ ਹੀ ਭੂਤ ਪ੍ਰੇਤ ਮਾੜੀਆਂ ਰੂਹਾਂ ਭੱਜ ਜਾਣਗੀਆਂ। ਸਾਹ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਮਹਾਰਾਜ ਗੁਰੂ ਅੰਗਦ ਦੇਵ ਜੀ ਵਰ ਦੇ ਰਹੇ ਹਨ। ਜਹ ਜਹ ਚਰਨ ਤੁਹਾਰੋ ਫਿਰ ਹੀ। ਜਿੱਥੇ ਤੁਹਾਡੇ ਚਰਨ ਪੈਣਗੇ ਹੋਏ ਅਸ਼ੁਭ ਤਿਸ ਕੋ ਸ਼ੁਭ ਕਰਹੀ। ਜੇ ਮਾੜੀ ਤੋਂ ਮਾੜੀ ਵੀ ਜਗ੍ਹਾ ਹੋਵੇ ਉਹ ਵੀ ਪਵਿੱਤਰ ਹੋ ਜਾਵੇਗੀ। ਕੋਈ ਵੀ ਵਿਘਨ ਨਹੀਂ ਠਹਿਰੇਗਾ। ਵਿਘਨ ਵਿਨਾਸ਼ਨ ਸਭ ਦੁੱਖ ਨਾਸਨ, ਸਤਿਗੁਰੂ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਮਹਾਰਾਜ ਕਹਿੰਦੇ ਹਰ ਪ੍ਰਕਾਰ ਦੀ ਕੁਸ਼ਲ ਖੇਮ ਹੋਵੇਗੀ। ਨਿਜ ਨਿਵਾਸ ਹਿਤ ਰਚਹੁ ਅਵਾਸ। ਆਪਣੇ ਰਹਿਣ ਵਾਸਤੇ ਵੀ ਤੁਸੀਂ ਉੱਥੇ ਆਪਣਾ ਘਰ ਬਣਾ ਲਓ, ਉੱਥੇ ਆਪਣਾ ਪੱਕਾ ਟਿਕਾਣਾ ਬਣਾ ਲਓ। ਨਰ ਭਿਖਾਵਹਿ ਕਰਹਿ ਸੋ ਬਾਸ। ਦੁਨੀਆ ਤੁਹਾਨੂੰ ਵੇਖ ਕੇ ਉੱਥੇ ਬਹੁਤ ਆਵੇਗੀ। ਬਹੁਤ ਸੰਗਤਾਂ ਤੁਹਾਡੀ ਨਗਰੀ ਗੋਇੰਦਵਾਲ ਸਾਹਿਬ ਵਿੱਚ ਵਸਣਗੀਆਂ। ਇਹ ਗੋਂਦਾ ਖੱਤਰੀ ਧਨਵਾਨ। ਮਹਾਰਾਜ ਕਹਿੰਦੇ ਇਹ ਗੋਂਦਾ ਖੱਤਰੀ ਮਾਇਆਧਾਰੀ ਹੈ। ਕਰਹਿ ਚਨਾਵਨ ਮਹਿਲ ਮਹਾਨ। ਇਹ ਮਕਾਨ ਬਣਾ ਦੇਵੇਗਾ। ਸੋਹਣੇ ਮਹਿਲ ਸੁੰਦਰ ਬਣਾਓ, ਨਗਰ 'ਚ ਲੋਕਾਂ ਨੂੰ ਵਸਾਓ, ਉਸ ਨਗਰ ਨੂੰ ਭਾਗ ਲਾਓ,
ਉਹ ਸਿੱਖੀ ਦਾ ਧੁਰਾ ਬਣੇਗਾ। ਨਾਮ ਇਸੀ ਕੇ ਪਰਪੁਰ ਨਾਮੂ। ਮਹਾਰਾਜ ਕਹਿੰਦੇ ਇਸ ਗੋਂਦੇ ਦੇ ਨਾਂ ਤੇ ਹੀ ਪਿੰਡ ਦਾ ਨਾਮ ਰੱਖ ਦਿਓ ਗੋਂਦਵਾਲ। ਰਚਹੁ ਰਚਰ ਬਸਬੇ ਹਿਤ ਧਾਮੂ। ਔਰ ਰਹਿਣ ਵਾਸਤੇ ਸੋਹਣੇ ਘਰ ਬਣਾਓ ਆਪਣੇ, ਉੱਥੇ ਆਪਣੀ ਰਹਿਸ਼, ਆਪਣੇ ਪਰਿਵਾਰ ਨੂੰ ਵੀ ਉੱਥੇ ਬੁਲਾ ਲਵੋ। ਕਰਤ ਫਰੇਬ ਸੋ ਦਾਸੂ ਦਾਤੂ। ਸਾਡੇ ਪੁੱਤਰ ਦਾਤੂ ਦਾਸੂ ਫਰੇਬ ਕਰਦੇ ਨੇ, ਬਚਨ ਨਹੀਂ ਮੰਨਦੇ। ਸੁਨ ਪ੍ਰੇਤਨ ਕੋ ਇਹ ਡਰ ਪਾਤੂ। ਇਹ ਪ੍ਰੇਤਾਂ ਦੇ ਨਾਂ ਤੋਂ ਡਰਦੇ ਨੇ। ਭਲਾ ਗੁਰੂ ਕੀ ਬਾਣੀ ਪੜ੍ਹਨ ਵਾਲਿਆਂ ਦੇ ਨੇੜੇ ਪ੍ਰੇਤ ਕਿੱਥੇ ਆ ਸਕਦੇ ਹਨ। ਨਹਿ ਨਾ ਜਾਣਤੇ ਗੁਰੂ ਪ੍ਰਤਾਪੂ। ਇਹ ਭੂਤਾਂ ਨੂੰ ਹੀ ਵੱਡਾ ਮੰਨੀ ਬੈਠੇ ਨੇ। ਇਹ ਗੁਰੂ ਘਰ ਦੀ ਮਹਿਮਾ ਦੀ ਅਜੇ ਇਹਨਾਂ ਨੂੰ ਸੋਝੀ ਨਹੀਂ ਹੈ। ਸਾਧ ਸੰਗਤ ਜੀ, ਕਈ ਵਾਰੀ ਕੋਲ ਰਹਿ ਕੇ ਵੀ ਗੁਰੂ ਦੀ ਮਹਿਮਾ ਦਾ ਪਤਾ ਨਹੀਂ ਲੱਗਦਾ। ਗੁਰੂ ਸਾਹਿਬ ਦੇ ਪੁੱਤਰਾਂ ਨੂੰ ਵੀ ਸੋਝੀ ਨਹੀਂ ਆਈ। ਮਹਾਰਾਜ ਸੱਚੇ ਪਾਤਸ਼ਾਹ ਦੀ ਮਾਇਆ ਇਤਨੀ ਪ੍ਰਬਲ ਹੈ ਕਿ ਭੂਤਾਂ ਦੇ ਨਾਂ ਤੋਂ ਡਰ ਗਏ, ਬਹਾਨਾ ਕਰ ਗਏ, ਕਹੇ ਉੱਥੇ ਤਾਂ ਭੂਤ ਨੇ ਜੀ, ਅਸੀਂ ਨਹੀਂ ਜਾਣਾ। ਨਾ ਬਾਬਾ ਦਾਤੂ ਜੀ ਨੇ, ਨਾ ਬਾਬਾ ਦਾਸੂ ਜੀ ਨੇ ਬਚਨ ਮੰਨਿਆ। ਹੁਣ ਸ੍ਰੀ ਅਮਰਦਾਸ ਜੀ ਨੂੰ ਮਹਾਰਾਜ ਕਹਿ ਰਹੇ ਨੇ, ਤੁਸੀਂ ਜਾਓ। ਕਰਨ ਹਾਰ ਕੋ ਜਨ ਹੈ ਆਪੂ। ਇਹ ਆਪਣੇ ਆਪ ਕਰਤਾ ਬਣਦੇ ਨੇ ਵੀ ਅਸੀਂ ਭੂਤਾਂ ਨੂੰ ਕਿਵੇਂ ਭਜਾਵਾਂਗੇ। ਜੇ ਬੰਦਾ ਆਪਣੇ ਆਪ ਨੂੰ ਕੁਝ ਕਰਤਾ ਮੰਨ ਲਵੇ ਤਾਂ ਉਹ ਬੰਧਨ ਵਿੱਚ ਪੈ ਜਾਂਦਾ ਹੈ। ਜਾਵੇ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਤੇ ਜਦੋਂ ਇਹ ਮੰਨ ਲਵੇ ਵੀ ਪਰਮੇਸ਼ਰ ਹੀ ਕਰਤਾ ਹੈ, ਪਰਮੇਸ਼ਰ ਜੋ ਕਰ ਰਿਹਾ ਉਹੀ ਹੋਣਾ, ਫਿਰ ਇਹਦੀ ਹਰ ਮੈਦਾਨ, ਹਰ ਦੀਵਾਨ ਚੜ੍ਹਦੀ ਕਲਾ ਹੁੰਦੀ ਹੈ। ਜਾਂ ਤੇ ਇਨ ਕੋ ਤਰਾਸ ਮਹਾਨੋ। ਇਸ ਕਰਕੇ ਇਹਨਾਂ ਦੇ ਮਨ ਵਿੱਚ ਡਰ ਹੈ, ਭੈ ਹੈ। ਕਰਨ ਕਰਾਵਨ ਗੁਰ ਤੁਮ ਜਾਨੋ। ਮਹਾਰਾਜ ਕਹਿੰਦੇ ਕਰਨ ਕਰਾਉਣ ਵਾਲਾ ਦਾ ਸਤਿਗੁਰੂ ਹੀ ਹੈ। ਗੁਰੂ ਨੂੰ ਹੀ ਸਮਝੋ ਕਰਤਾ ਪੁਰਖ। ਇਮ ਸਮਝਾਏ ਸੰਗ ਤਿਸ ਕੀਨੋ। ਇਸ ਤਰ੍ਹਾਂ ਸ੍ਰੀ ਅਮਰਦਾਸ ਜੀ ਨੂੰ ਸਮਝਾ ਕੇ ਗੋਂਦੇ ਦੇ ਨਾਲ ਤੋਰ ਦਿੱਤਾ। ਤਬ ਸ੍ਰੀ ਅਮਰ ਚਲੇ ਰਸ ਭੀਨੋ। ਸ੍ਰੀ ਗੁਰੂ ਅਮਰਦਾਸ ਮਹਾਰਾਜ ਪ੍ਰੇਮ ਰਸ ਚ ਭਿੱਜੇ ਹੋਏ ਤੁਰ ਪਏ ਹਨ ਗੋਂਦੇ ਦੇ ਨਾਲ, ਆਪਣੇ ਗੁਰੂ ਦਾ ਹੁਕਮ ਮੰਨ ਕੇ। ਪ੍ਰੇਮ ਤਰੋਵਰ ਉਰ ਕੇ ਮਾਹੀ। ਪ੍ਰੇਮ ਦਾ ਬੂਟਾ ਸ੍ਰੀ ਅਮਰਦਾਸ ਜੀ ਦੇ ਮਨ ਵਿੱਚ ਲਹਿਰਾ ਰਿਹਾ ਹੈ। ਸ਼ਰਦਾ ਆਲ ਬਾਲ ਹੈ ਜਾਹੀ। ਜਿਵੇਂ ਸਾਧ ਸੰਗਤ ਜੀ ਦਰਖਤ ਦੇ ਬੂਟੇ ਦੇ ਆਲੇ ਦੁਆਲੇ ਪਾਣੀ ਪਾਉਣ ਵਾਸਤੇ ਗੋਲ ਕਿਆਰਾ ਬਣਿਆ ਹੁੰਦਾ, ਉਹਨੂੰ ਆਲ ਬਾਲ ਕਹਿੰਦੇ ਨੇ। ਇਸੇ ਤਰ੍ਹਾਂ ਮਹਾਰਾਜ ਦੇ ਅੰਦਰ ਪ੍ਰੇਮ ਦਾ ਬੂਟਾ ਹੈ ਤੇ ਸ਼ਰਧਾ ਦੀ ਆਲ ਬਾਲ ਹੈ, ਸ਼ਰਧਾ ਦੀ ਕਿਆਰੀ ਹੈ। ਗੁਰ ਆਇਸ ਕੇ ਨਿਤ ਅਨੁਸਾਰੀ। ਆਪਣੇ ਗੁਰੂ ਦੀ ਆਗਿਆ ਦੇ ਅਨੁਸਾਰ ਚੱਲਣਾ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰੂ ਦੇ ਹਰ ਬਚਨ ਤੇ ਫੁੱਲ ਚੜਾਉਂਦੇ ਹਨ। ਯਹੀ ਸੰਚਬੇ ਕੋ ਬਰਬਾਰੀ। ਇਹੀ ਨਿਰਮਲ ਜਲ ਪਾਇਆ ਹੈ ਜਿਹੜਾ ਗੁਰੂ ਦੇ ਬਚਨ ਕਮਾ ਲਏ ਹਨ। ਨਿਸ ਦਿਨ ਚਿਤਵਨ ਬਲਕਲ ਅਹ। ਔਰ ਜਿਵੇਂ ਦਰਖਤ ਦੇ ਆਲੇ ਦੁਆਲੇ ਦਰਖਤ ਦੀ ਖਾਲ ਛੱਲ ਹੁੰਦੀ ਹੈ, ਛਿੱਲ ਹੁੰਦੀ ਹੈ, ਜਿਹਨੂੰ ਆਪਾਂ ਦਰਖਤ ਦੀ ਛਿੱਲ ਵੀ ਕਹਿ ਸਕਦੇ ਹਾਂ, ਦਰਖਤ ਦੀ ਜਿਹੜੀ ਤਵਚਾ ਹੈ ਖੱਲੜੀ ਕਹਿ ਸਕਦੇ ਹਾਂ। ਉਹ ਜਿਹੜੀ ਹੈ ਉਹ ਕੀ ਹੈ, ਕਹਿੰਦੇ ਇਸ ਪ੍ਰੇਮ ਦੇ ਬੂਟੇ ਦੀ ਜਿਹੜੀ ਛਿੱਲ ਹੈ ਉਹ ਰੋਜ਼ ਦੀ ਚਿਤਵਨੀ ਹੈ। ਜੋ ਰੋਜ਼ ਦਿਨ ਰਾਤ ਗੁਰੂ ਗੁਰੂ ਜਪਣਾ, ਸਿਮਰਨ ਕਰਨਾ, ਹਰ ਵੇਲੇ ਗੁਰੂ ਦਾ ਹੀ ਧਿਆਨ ਕਰਨਾ, ਗੁਰੂ ਨੂੰ ਛੱਡ ਕੇ ਹੋਰ ਕੋਈ ਸੰਸਾਰ ਦਾ ਮਾਇਆ ਦਾ ਖਿਆਲ ਹੀ ਨਾ ਆਵੇ। ਇਹ ਜਿਹੜੀ ਚਿਤਵਨੀ ਹੈ ਸ੍ਰੀ ਅਮਰਦਾਸ ਜੀ ਦੇ ਮਨ ਵਿੱਚ, ਇਹ ਸਮਝੋ ਪ੍ਰੇਮ ਦੇ ਬੂਟੇ ਦੀ ਖਾਲ ਹੈ। ਦ੍ਰਿੜ ਜੜ ਸਦਾ ਭਗਤ ਮਹਿ ਰਹਾ। ਕਹਿੰਦੇ ਜੜ ਕਿਹੜੀ ਹੈ ਇਹਦੀ? ਜੜ ਇਹ ਹੈ ਵੀ ਪ੍ਰੇਮ ਦਾ ਬੂਟਾ ਜਿੱਥੇ ਲੱਗਾ ਉਹ ਭਗਤੀ ਭਾਵਨਾ ਵਿੱਚ ਹੋਰ ਗੂੜਾ ਹੋਈ ਜਾਂਦਾ। ਜੜ ਜਿਵੇਂ ਥੱਲੇ ਹੀ ਥੱਲੇ ਜਾਈ ਜਾਂਦੀ ਹੈ, ਤਿਉਂ-ਤਿਉਂ ਉੱਤੇ ਬੂਟਾ ਸੋਹਣਾ ਲਹਿਰਾਉਂਦਾ ਹੈ। ਇਹ ਭਗਤੀ ਭਾਵਨਾ ਜਿਹੜੀ ਦਿਨੋਂ ਦਿਨ ਸ੍ਰੀ ਅਮਰਦਾਸ ਜੀ ਦੇ ਮਨ 'ਚ ਵੱਧਦੀ ਜਾਂਦੀ ਹੈ। ਸਤ ਸੰਤੋਖ ਆਦ ਗੁਣ ਸਾਰੇ। ਸਤ ਸੰਤੋਖ, ਦਇਆ, ਧਰਮ, ਸੱਚ, ਸੁੱਚ, ਨੇਕੀ, ਪਰਉਪਕਾਰ, ਤਿਆਗ, ਬੈਰਾਗ ਆਦਿਕ ਜਿੰਨੇ ਵੀ ਗੁਣ ਹਨ, ਚਹੁ ਦਿਸ਼ਨ ਬਿਸਰਤ ਸੋ ਡਾਰੇ। ਸੋ ਇਹ ਪ੍ਰੇਮ ਦੇ ਬੂਟੇ ਨੂੰ ਡਾਲੀਆਂ ਟਾਹਣੇ ਲੱਗੇ ਹੋਏ ਹਨ। ਕੋਈ ਮੋਟਾ ਟਾਹਣਾ ਹੈ, ਕੋਈ ਪਤਲਾ ਹੈ, ਕੋਈ ਨਿੱਕੀਆਂ ਟਾਹਣੀਆਂ ਹਨ। ਇਹ ਸਾਰੇ ਸ਼ੁਭ ਗੁਣ ਸ੍ਰੀ ਅਮਰਦਾਸ ਜੀ ਦਾ ਵਿਸਥਾਰ ਹਨ। ਆਤਮ ਗਿਆਨ ਮਹਾ ਫਲ ਲਾਗੇ। ਤੇ ਇਸ ਪ੍ਰੇਮ ਦੇ ਬੂਟੇ ਨੂੰ ਫਲ ਕਿਹੜਾ ਲੱਗਦਾ ਹੈ? ਇਹਨੂੰ ਆਤਮ ਗਿਆਨ ਦਾ, ਆਪਣੇ ਸਰੂਪ ਦਾ ਪਤਾ ਲੱਗ ਜਾਣਾ, ਮੈਂ ਕੌਣ ਹਾਂ। ਆਪਣੀ ਆਤਮਾ ਨੂੰ ਪਰਮਾਤਮਾ ਨਾਲ ਅਭੇਦ ਕਰਕੇ ਬ੍ਰਹਮ ਰੂਪ ਹੋ ਜਾਣਾ, ਉਹ ਇਹ ਅਵਸਥਾ ਨੂੰ ਪ੍ਰਾਪਤ ਹੋਏ ਨੇ ਸ੍ਰੀ ਅਮਰਦਾਸ ਜੀ ਮਹਾਰਾਜ।
ਪ੍ਰੇਮ ਦੇ ਬੂਟੇ ਨੂੰ ਆਤਮ ਗਿਆਨ ਦਾ ਫਲ ਲੱਗਾ ਹੈ। ਰਸ ਆਨੰਦ ਪ੍ਰਾਪਤ ਬੜ ਭਾਗੇ, ਔਰ ਪ੍ਰੇਮਾਨੰਦ ਦਾ ਰਸ ਪ੍ਰਾਪਤ ਹੋਇਆ ਹੈ। ਅਸਤਰ ਪ੍ਰੇਮ ਬਰਦਬੋ ਭਾਉ, ਇਸ ਤਰ੍ਹਾਂ ਇਹ ਪ੍ਰੇਮ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਔਰ ਸ਼੍ਰੀ ਅਮਰ ਅਚਲ ਬਰ ਥਾਉ, ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਹਿਰਦੇ ਵਿੱਚ ਪ੍ਰੇਮ ਦਾ ਬੂਟਾ ਦਿਨੋਂ ਦਿਨ ਵੱਡਾ ਹੁੰਦਾ ਹੈ, ਅਚਲ ਹੋ ਕੇ ਟਿਕਿਆ ਹੋਇਆ ਹੈ। ਚਲਵੇ ਸਮੇਂ ਨੀਰ ਭਰ ਆਵਾ, ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਖਿਆ ਤੁਸੀਂ ਉੱਥੇ ਜਾਓ ਗੋਇੰਦਵਾਲ, ਤੁਰਨ ਲੱਗੇ ਹੁਕਮ ਮੰਨ ਕੇ, ਪਰ ਅੱਖਾਂ 'ਚ ਹੰਝੂ ਆ ਗਏ, ਮਨ ਬੈਰਾਗ 'ਚ ਆ ਗਿਆ ਵੀ ਮਹਾਰਾਜ ਸਾਹਿਬ ਦੇ ਦਰਸ਼ਨਾਂ ਤੋਂ ਮੈਂ ਦੂਰ ਜਾ ਰਿਹਾ ਹਾਂ। ਹਾਲਾਂਕਿ ਸਾਧ ਸੰਗਤ ਜੀ ਕੇਵਲ 8 ਮੀਲ ਦਾ ਹੀ ਫਰਕ ਹੈ ਖਡੂਰ ਸਾਹਿਬ ਤੋਂ ਗੋਇੰਦਵਾਲ। ਜੇ ਆਪਾਂ ਗੱਡੀ 'ਤੇ ਜਾਈਏ ਤਾਂ 10 ਕੁ ਮਿੰਟ ਲੱਗਦੇ ਆ ਸਾਰੇ, ਪਰ ਉਹ ਪਿਆਰ ਕਿੰਨਾ ਸੀਗਾ ਵੀ ਕਹਿੰਦੇ ਪਤਾ ਨਹੀਂ ਕਿੰਨੀ ਦੂਰ ਚੱਲਿਆ। ਇੱਕ ਖਿੰਨ ਪਲ ਬਿਸਰੋਂ ਜੇ ਸੁਆਮੀ ਜਾਣੋ ਬਰਸ 85, ਇੱਕ ਘੜੀ ਦਾ ਵਿਛੋੜਾ ਵੀ 50 ਸਾਲ ਦਾ ਵਿਛੋੜਾ ਲੱਗਦਾ ਹੈ। ਨਮੋ ਕਰਤ ਪਦ ਪਦਮ ਪਿਗਾਵਾ, ਕਹਿੰਦੇ ਮਹਾਰਾਜ ਦੇ ਚਰਨਾਂ ਤੇ, ਗੁਰੂ ਅੰਗਦ ਦੇਵ ਦੇ ਚਰਨਾਂ ਦੇ ਸ੍ਰੀ ਅਮਰਦਾਸ ਜੀ ਜਦੋਂ ਮੱਥਾ ਟੇਕਣ ਲੱਗੇ ਤੇ ਅੱਖਾਂ ਦੇ ਹੰਝੂਆਂ ਨਾਲ ਮਹਾਰਾਜ ਦੇ ਚਰਨ ਧੋ ਦਿੱਤੇ। ਮਿਲਿਓ ਰਹਿਓ ਬੀਤਿਓ ਚਿਰਕਾਲ, ਇੰਨਾ ਸਮਾਂ ਹੋ ਗਿਆ ਸੀ ਗੁਰੂ ਮਹਾਰਾਜ ਦੇ ਕੋਲ ਹੀ ਬੈਠਿਆਂ ਨੂੰ, ਰਹਿੰਦਿਆਂ ਨੂੰ, ਤੇ ਇੰਨੇ ਸਮੇਂ ਦਾ ਸੰਯੋਗ ਸੀ ਅੱਜ ਗੁਰੂ ਜੀ ਦੂਰ ਭੇਜਣ ਲੱਗੇ ਹਨ। ਵਿਛਰਨ ਤੇ ਦੁਖ ਲਹਿਓ ਵਿਸਾਲ, ਵਿਛੋੜੇ ਦਾ ਦੁੱਖ ਬਹੁਤ ਜ਼ਿਆਦਾ ਮਹਿਸੂਸ ਹੋਇਆ ਮਹਾਰਾਜ ਸ੍ਰੀ ਅਮਰਦਾਸ ਜੀ ਨੂੰ। ਪੁਨ ਧੀਰਜ ਦੇ ਅਧਿਕ ਗੁਸਾਈ, ਗੁਰੂ ਅੰਗਦ ਦੇਵ ਜੀ ਨੇ ਸਿਰ ਤੇ ਹੱਥ ਰੱਖਿਆ, ਪਿੱਠ ਤੇ ਹੱਥ ਰੱਖਿਆ, ਧੀਰਜ ਦਿੱਤਾ, ਹੌਸਲਾ ਦਿੱਤਾ। ਕਰਿਓ ਪਠਾਵਨ ਕੋ ਤਿਸ ਥਾਈ, ਜਾਓ ਮਹਾਰਾਜ, ਤੁਸੀਂ ਜਾਓ ਗੋਂਦੇ ਦੇ ਨਾਲ ਤੇ ਅਸੀਂ ਤੁਹਾਡੇ ਅੰਗ ਸੰਗ ਹਾਂ। ਐਸਾ ਹੌਸਲਾ ਦੇ ਕੇ ਤੋਰਿਆ। ਗੁਰ ਸਨਮੁਖ ਮੁਖ ਰਾਖ ਧਿਆਨਾ, ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਜਾਂਦੇ ਸੀ ਨਾ ਖਡੂਰ ਸਾਹਿਬ ਤੋਂ ਰੋਜ਼ ਜਲ ਲੈਣ ਵਾਸਤੇ ਗੋਇੰਦਵਾਲ ਸਾਹਿਬ ਵੱਲ ਦਰਿਆ 'ਤੇ, ਤਾਂ ਜਿੰਨਾ ਚਿਰ ਖਡੂਰ ਸਾਹਿਬ ਦੀ ਹੱਦ ਨਹੀਂ ਸੀ ਮੁੱਕਦੀ ਉਹਨਾਂ ਚਿਰ ਉਹ ਗੁਰੂ ਕੀ ਨਗਰੀ ਵੱਲ ਪਿੱਠ ਨਹੀਂ ਸੀ ਕਰਦੇ, ਪਿਛਲੇ ਪੈਰੀ ਜਾਂਦੇ ਸਨ। ਗੁਰੂ ਵੱਲ ਮੂੰਹ ਰੱਖਿਆ ਤੇ ਆਪ ਪਿਛਲੇ ਪੈਰੀ ਤੁਰੇ ਜਾਂਦੇ, ਗੁਰੂ ਸਾਹਿਬ ਵੱਲ ਮੂੰਹ ਨਹੀਂ ਫੇਰਿਆ। ਪਾਛਲ ਦਿਸ਼ਾ ਧਰਤ ਪਗ ਜਾਨਾ, ਪਿਛਲੇ ਪਾਸੇ ਪੈਰ ਧਰਦੇ ਨੇ ਤੇ ਹੱਥ ਜੁੜੇ ਨੇ ਤੇ ਗੁਰੂ ਅੰਗਦ ਦੇਵ ਜੀ ਵੱਲ ਵੇਖੀ ਜਾਂਦੇ ਨੇ, ਪੈਰ ਪਿਛਾਂ ਕਰੀ ਜਾਂਦੇ ਨੇ। ਇਸ ਪ੍ਰਕਾਰ ਸੁਤ ਪਰਖਨ ਕਰੇ, ਇਸ ਤਰ੍ਹਾਂ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਨੂੰ ਪਰਖ ਲਿਆ। ਭਰਮ ਸਰਬ ਸਿੱਖਨ ਕੇ ਹਰੇ, ਸਿੱਖਾਂ ਦੇ ਮਨ ਦੇ ਭਰਮ ਭੁਲੇਖੇ ਵੀ ਦੂਰ ਕਰਤੇ। ਜਿਹੜੇ ਮੇਰੇ ਵਰਗੇ ਕਹਿੰਦੇ ਸੀ ਵੀ ਵੱਡਾ ਪੁੱਤਰ ਗੁਰੂ ਬਣੇਗਾ, ਛੋਟਾ ਪੁੱਤਰ ਗੁਰੂ ਬਣੇਗਾ, ਇੱਦਾਂ ਦੀ ਗੱਲਾਂ ਕਰਦੇ ਸੀਗੇ। ਕਈ ਬਾਬੇ ਦਾਤੂ ਦੇ ਪੱਖੀ ਵੀ ਸੀਗੇ, ਪਰ ਉਹਨਾਂ ਸਾਰਿਆਂ ਨੂੰ ਨਿਰੁੱਤਰ ਹੋਣਾ ਪਿਆ। ਅੱਜ ਗੁਰੂ ਦੇ ਬਚਨ ਵਿੱਚ ਕੌਣ ਪੂਰਾ ਉਤਰਿਆ, ਇਹ ਸਭ ਨੂੰ ਚਾਨਣਾ ਹੋ ਗਿਆ ਹੈ। ਜਾਣਤ ਭਏ ਕਵੀ ਸ੍ਰੀ ਅਮਰਦਾਸ ਜੀ ਨੇ ਗੁਰਦੇਵ ਦੀ ਸੇਵਾ ਕੀਤੀ ਹੈ, ਲੀਏ ਰਜਾਏ ਅਧਿਕ ਗੁਰਦੇਵਾ, ਔਰ ਸੇਵਾ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਰਿਝਾ ਲਿਆ ਹੈ, ਖੁਸ਼ ਕਰ ਲਿਆ, ਪ੍ਰਸੰਨ ਕਰ ਲਿਆ ਹੈ। ਗੁਰ ਪਰਮੇਸ਼ਰ ਸੇਵ ਬਸੀ ਹੈ, ਇਹ ਗੁਰੂ ਪਰਮੇਸ਼ਰ ਜਿਹੜੇ ਨੇ ਇਹ ਕਿਸੇ ਦੇ ਮੋਹ ਮਾਇਆ ਦੇ ਵਸ ਨਹੀਂ ਹੁੰਦੇ, ਇਹ ਗੁਰੂ ਪਰਮੇਸ਼ਰ ਸੇਵਾ ਦੇ ਵਸ ਹੁੰਦੇ ਆ। ਜਿਹੜਾ ਵੀ ਸੇਵਕ ਸੇਵਾ ਕਰੇ ਉਹਦੇ ਤੇ ਖੁਸ਼ੀ ਕਰਦੇ ਆ, ਦੂਜੇ ਤੇ ਖੁਸ਼ੀ ਨਹੀਂ ਕਰਦੇ। ਜਿਨ ਕੀ ਹੰਤਾ ਹਿਰਦੇ ਨਸੀ ਹੈ, ਜਿਨ੍ਹਾਂ ਸੇਵਕਾਂ ਨੇ ਆਪਣੀ ਹੰਗਤਾ ਛੱਡ ਕੇ, ਆਪਣਾ ਹੰਕਾਰ ਛੱਡ ਕੇ ਸੇਵਾ ਕੀਤੀ ਗੁਰੂਆਂ ਦੀ, ਉਹ ਗੁਰੂ ਦੀਆਂ ਖੁਸ਼ੀਆਂ ਲੈ ਗਏ। ਕਿਉਂ ਨਾ ਹੋਏ ਤਿਨ ਕੇ ਅਨਕੂਲੀ, ਗੁਰੂ ਫਿਰ ਉਹਨਾਂ ਦੇ ਕਿਉਂ ਨਹੀਂ ਅਨੁਕੂਲ ਹੋਣਗੇ, ਜ਼ਰੂਰ ਹੋਣਗੇ। ਸਿਮਰਹਿ ਜੇ ਉਰ ਸਭ ਕਿਛ ਭੂਲੀ, ਜੋ ਸੰਸਾਰ ਸਾਰੇ ਨੂੰ ਛੱਡ ਕੇ, ਸਭ ਨੂੰ ਭੁਲਾ ਕੇ ਗੁਰੂ ਨੂੰ ਹੀ ਜਪਦੇ ਹਨ। ਹਮਰੋ ਪਿਤਾ ਪੁੱਤਰ ਹੰਕਾਰੈ, ਪੁੱਤਰਾਂ ਦੇ ਮਨ 'ਚ ਤਾਂ ਇਹ ਹੰਕਾਰ ਸੀ ਬਾਬੇ ਦਾਤੂ ਦਾਸੂ ਦੇ ਵੀ ਗੁਰੂ ਅੰਗਦ ਦੇਵ ਸਾਡੇ ਪਿਤਾ ਹੀ ਨੇ, ਸਾਡੇ ਤੋਂ ਬਾਹਰ ਕਿੱਥੇ ਚਲੇ ਜਾਣਗੇ। ਉਹ ਹੰਕਾਰ ਵਿੱਚ ਹੀ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਨਹੀਂ ਲੈ ਸਕੇ। ਭਾਈ ਲਹਿਣਾ ਗੁਰੂ ਅੰਗਦ ਦੇਵ ਜੀ ਨੇ ਉਹ ਖੁਸ਼ੀਆਂ ਪ੍ਰਾਪਤ ਕੀਤੀਆਂ। ਅੱਗੇ ਗੁਰੂ ਅੰਗਦ ਦੇਵ ਜੀ ਦੇ 2 ਪੁੱਤਰ ਵੀ ਉਹ ਆਪਣੇ ਪਿਤਾ ਨੂੰ ਪਿਤਾ ਹੀ ਸਮਝਦੇ ਰਹੇ, ਗੁਰੂਦੇਵ ਪਰਮੇਸ਼ਰ ਸਮਝ ਕੇ ਖੁਸ਼ੀ ਨਹੀਂ ਲੈ ਸਕੇ।
ਸੇਵ ਭਾਵ ਕੋ ਹਿਰਦੈ ਨਾ ਧਾਰੈ। ਸੇਵਾ ਭਾਵਨਾ ਮਨ ਵਿੱਚ ਨਹੀਂ ਰੱਖੀ। ਜਿਮ ਸ੍ਰੀ ਨਾਨਕ ਦੀਨਸ ਦਾਸ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਾਸ ਸੇਵਾਦਾਰ ਭਾਈ ਲਹਿਣੇ ਨੂੰ ਗੁਰਿਆਈ ਦਿੱਤੀ ਹੈ। ਸ੍ਰੀ ਚੰਦ ਤਜ ਲਖਮੀ ਦਾਸ। ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਨੂੰ ਗੁਰਤਾ ਗੱਦੀ ਤੋਂ ਵਾਂਝੇ ਰਹਿਣਾ ਪਿਆ। ਉਹਨਾਂ ਨੂੰ ਮਹਾਰਾਜ ਨੇ ਗੱਦੀ ਨਹੀਂ ਦਿੱਤੀ। ਤੈਸੇ ਇਨਹੋ ਕੀਨ ਸਭ ਜਾਨੀ। ਕਹਿੰਦੇ ਇਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਵੀ ਕਰਨਗੇ, ਵੀ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦੇਣਗੇ। ਇਹ ਗੱਦੀ ਆਪਣੇ ਸੇਵਕ ਸ੍ਰੀ ਅਮਰਦਾਸ ਜੀ ਨੂੰ ਦੇਣਗੇ। ਸਭ ਨੇ ਜਾਣ ਲਿਆ। ਲਹਿਓ ਪਰਮ ਪਦ ਸੇਵਾ ਠਾਨੀ। ਸੇਵਾ ਕਰਕੇ ਪਰਮ ਪਦ ਵੀ ਪ੍ਰਾਪਤ ਕਰ ਗਏ ਹਨ ਸ੍ਰੀ ਅਮਰਦਾਸ ਜੀ ਮਹਾਰਾਜ। ਇਤਿਆਦਕ ਸਿੱਖ ਆਪਸ ਮਾਹੇ। ਇਸ ਤਰ੍ਹਾਂ ਦੇ ਬਚਨ ਸਿੱਖ ਆਪਸ ਵਿੱਚ ਕਰਦੇ ਹਨ। ਸ੍ਰੀ ਗੁਰ ਕਰਹਿ ਅਨੁਚਿਤੀ ਨਾਹੇ। ਕਹਿੰਦੇ ਗੁਰੂ ਸਾਹਿਬ ਮਹਾਰਾਜ ਅਨੁਚਿਤ ਕੰਮ ਨਹੀਂ ਕਰਨਗੇ, ਜੋ ਵੀ ਕਰਨਗੇ ਯੋਗ ਹੀ ਕਰਨਗੇ। ਦੋਹਰਾ ਪਿਛਲ ਪਾਏ ਸ੍ਰੀ ਅਮਰ ਜੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਪਿਛਲੇ ਪੈਰੀ ਤੁਰਦੇ ਹਨ, ਭਾਵ ਮੂੰਹ ਆਪਣਾ ਖਡੂਰ ਸਾਹਿਬ ਵੱਲ ਰੱਖਿਆ ਹੈ ਤੇ ਪਿੱਠ ਗੋਇੰਦਵਾਲ ਵੱਲ ਕੀਤੀ ਹੈ, ਤੇ ਉਦਾਂ ਪਿਛਾਂ ਪਿਛਾਂ ਤੁਰੀ ਜਾਂਦੇ ਹਨ। ਗੋਂਦੇ ਕੇ ਸੰਗ ਜਾਏ। ਗੋਂਦੇ ਦੇ ਨਾਲ ਜਾ ਰਹੇ ਨੇ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਸਨੇ ਸਨੇ ਮਗ ਚਲਤ ਹੈ। ਸਹਿਜੇ ਸਹਿਜੇ ਪੈਂਡਾ ਤੈਅ ਕਰਦੇ ਹਨ। ਜਪ ਜੀ ਪਾਠ ਕਰਾਏ। ਔਰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਜਾਂਦੇ ਹਨ। ਚੌਪਈ ਬ੍ਰਿਧ ਸਰੀਰ ਨਿਬਲ ਕਦ ਛੋਟਾ। ਮਹਾਰਾਜ ਦਾ ਬਿਰਧ ਸਰੀਰ ਸੀ, ਬਲ ਸਰੀਰ ਦਾ ਘਟ ਗਿਆ ਸੀ, ਉਮਰ ਵੱਡੀ ਹੋ ਗਈ ਸੀ ਤੇ ਕਦ ਮਹਾਰਾਜ ਦਾ ਛੋਟਾ ਸੀ। ਪਰਮ ਵਿਸਾਲ ਸਭਨ ਕੇ ਓਟਾ। ਪਰ ਮਹਾਨ ਵੱਡੇ, ਕਦ ਛੋਟਾ ਤੇ ਉਦਾਂ ਉਹਨਾਂ ਦੀ ਅਵਸਥਾ ਸੰਸਾਰ ਵਿੱਚ ਕੌਣ ਉਹਨਾਂ ਵਰਗਾ ਬਣ ਸਕਦਾ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ। ਸਭ ਦੁਨੀਆ ਤੋਂ ਵੱਡੇ, ਸਾਰੇ ਸੰਸਾਰ ਤੋਂ ਵੱਡੇ ਹਨ। ਤੀਨ ਕੋਸ ਪਰ ਜਬ ਹੀ ਗਏ। ਸ੍ਰੀ ਖੰਡੂਰ ਸਾਹਿਬ ਜੀ ਤੋਂ ਚੱਲ ਕੇ 3 ਕੋਹ ਦੀ ਵਾਟ ਕਰਕੇ ਜਦੋਂ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਉੱਥੇ ਪਹੁੰਚੇ ਹਨ। ਹਾਥ ਜੋਰ ਤਹਿ ਠਾਂਡੇ ਭਏ। ਉੱਥੇ ਖੰਡੂਰ ਸਾਹਿਬ ਦੀ ਜ਼ਮੀਨ ਮੁੱਕ ਜਾਂਦੀ ਹੈ, ਉੱਥੇ ਹੱਥ ਜੋੜ ਕੇ ਖੜੇ ਹੋ ਗਏ। ਜਪ ਜੀ ਪਾਠ ਭੋਗ ਕੋ ਪਾਇਓ। ਔਰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਜੋ ਕਰ ਰਹੇ ਸੀ ਤੁਰਦੇ ਤੁਰਦੇ ਉਹਦਾ ਭੋਗ ਪਾਇਆ ਹੈ। ਔਰ ਸ੍ਰੀ ਅੰਗਦ ਰੂਪ ਬਸਾਇਓ। ਮਨ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਰੂਪ ਵਸਾ ਲਿਆ ਹੈ। ਹਰੇ ਕਰੀ ਅਸ਼ਟਾਂਗ ਪ੍ਰਣਾਮ। ਖਲੋ ਕੇ ਸ੍ਰੀ ਗੁਰੂ ਮਹਾਰਾਜ ਦੀ ਨਗਰੀ ਵੱਲ ਨਮਸਕਾਰ ਕੀਤੀ, 8 ਅੰਗ ਪ੍ਰਣਾਮ ਕੀਤੇ ਹਨ। ਸ੍ਰੀ ਗੁਰਦੇਵ ਕਿਰਪਾ ਗੁਣ ਧਾਮ। ਨਮਸਕਾਰ ਕਰਕੇ ਜ਼ਮੀਨ ਤੇ ਮੱਥਾ ਟੇਕ ਕੇ ਆਖਿਆ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਮਿਹਰ ਰੱਖਿਆ ਜੇ। ਪੁਨ ਕਰ ਮੁਖ ਦੇਸ਼ ਗੋਇੰਦਵਾਲ। ਅੰਗਦ ਦੇਵ ਜੀ ਦੇ ਹੱਥ ਦੀ ਛੜੀ ਉਹ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਆਪਣੇ ਹੱਥ ਵਿੱਚ ਫੜੀ ਹੋਈ ਹੈ। ਸਾਦਰ ਊਚੇ ਕਰੀ ਉਠਾਰੀ। ਤੇ ਏਦਾਂ ਸਤਿਕਾਰ ਨਾਲ ਉੱਚੀ ਰੱਖੀ ਹੋਈ ਹੈ। ਉਹ ਤਾਂ ਗੁਰੂ ਅੰਗਦ ਦੇਵ ਤਾਂ ਕਦੀ ਏਦਾਂ ਹੱਥ ਵਿੱਚ ਕਦੀ ਸੱਜੇ ਕਦੀ ਖੱਬੇ ਘੁਮਾਉਂਦੇ ਰਹਿੰਦੇ ਸਨ, ਪਰ ਇਹਨਾਂ ਨੇ ਉਹਨੂੰ ਏਦਾਂ ਨਹੀਂ ਘੁਮਾਇਆ। ਇਹਨਾਂ ਨੇ ਉਹਨੂੰ ਏਦਾਂ ਉੱਚੀ ਥਾਂ ਤੇ ਰੱਖਿਆ ਸਿਰ ਦੇ ਕੋਲ, ਬਈ ਮਹਾਰਾਜ ਦੀ ਛੜੀ ਹੈ, ਮੇਰੀ ਨਹੀਂ। ਇਹ ਗੁਰੂ ਅੰਗਦ ਦੇਵ ਜੀ ਦੇ ਹੱਥਾਂ ਨਾਲ ਲੱਗੀ ਹੋਈ ਹੈ। ਇੰਨੀ ਭਾਵਨਾ, ਇੰਨੀ ਸ਼ਰਧਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਆਪਣੇ ਗੁਰੂ ਪ੍ਰਤੀ ਹੈ। ਕਰਕੇ ਆਪਣੋ ਹੱਥ ਅਗਾਰੀ। ਆਪਣੇ ਹੱਥ ਅੱਗੇ ਕਰਕੇ ਭੂਤ ਪ੍ਰੇਤ ਕੋ ਜਾਏ ਦਿਖਾਰੀ। ਗੋਇੰਦਵਾਲ ਸਾਹਿਬ ਵਿੱਚ ਜਾ ਪਹੁੰਚੇ ਨੇ। ਜਿਹੜੀਆਂ ਬੇਅੰਤ ਭੂਤ ਪ੍ਰੇਤ, ਕਈ ਕੋਟ ਭੂਤ ਪ੍ਰੇਤ, ਸੂਕਰ ਮਿਰਗਾਜ, ਭੈੜੀਆਂ ਰੂਹਾਂ, ਬਦ ਰੂਹਾਂ, ਜਿੰਨ ਬੈਤਾਲ, ਇਹੋ ਜਿਹੀਆਂ ਚੀਜ਼ਾਂ ਇੱਥੇ ਰਹਿੰਦੀਆਂ ਸੀ ਗੋਇੰਦਵਾਲ ਦੀ ਧਰਤੀ ਤੇ, ਉਹ ਸਾਰੀਆਂ ਵੇਖ ਵੇਖ ਕੇ ਭੱਜਣ ਲੱਗੀਆਂ ਹਨ। ਪਰੀ ਤਪਤ ਦੀਰਗ ਤਿਨ ਮਾਹੀ। ਸ੍ਰੀ ਗੁਰੂ ਅਮਰਦਾਸ ਦੇ ਤਪ ਦਾ ਤੇਜ ਪ੍ਰਭਾਵ ਪਿਆ। ਜਿਵੇਂ ਸੂਰਜ ਦਾ ਤੇਜ ਪੈਂਦਾ ਨਾ, ਏਦਾਂ ਮਹਾਰਾਜ ਦਾ ਪ੍ਰਤਾਪ ਛਾ ਗਿਆ ਤੇ ਸਾਰੇ ਭੂਤ ਪ੍ਰੇਤ ਅੰਦਰੋਂ ਅੰਦਰੀ ਸੜਨ ਲੱਗੇ ਹਨ। ਛਿਨ ਭਰ ਥਿਰਿਓ ਜਾਏ ਤਹ ਨਾਹੀ। ਜਿਵੇਂ ਸਾਧ ਸੰਗਤ ਜੀ ਜੇਠ ਹਾੜ ਦੇ ਸੂਰਜ ਦੇ ਸਾਹਮਣੇ ਨਹੀਂ ਨਾ ਅੱਖਾਂ ਚੁੱਕੀਆਂ ਜਾਂਦੀਆਂ, ਇੰਨਾ ਸੇਕ ਪੈਂਦਾ, ਏਦਾਂ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਤਪ ਦਾ ਤੇਜ ਭੂਤਾਂ ਪ੍ਰੇਤਾਂ ਕੋਲੋਂ ਸਾਹਮਣੇ ਖੜਾ ਨਹੀਂ ਹੋਇਆ ਗਿਆ। ਜਰੇ ਜਾਤ ਤਿਨ ਕੇਰ ਸਰੀਰਾ। ਉਹਨਾਂ ਦੇ ਸਰੀਰ ਸੜਦੇ ਜਾ ਰਹੇ ਨੇ। ਭਏ ਅਧੀਰ ਸੰਭਾਰ ਨਾ ਚੀਰਾ। ਕਹਿੰਦੇ ਧੀਰਜ ਉਹਨਾਂ ਦਾ ਟੁੱਟ ਗਿਆ, ਹੌਸਲਾ ਟੁੱਟ ਗਿਆ ਤੇ ਆਪਣੇ ਆਪ ਦੀ ਸੰਭਾਲ ਨਹੀਂ ਰਹੀ।
ਪਿਤਾ ਪੁੱਤਰ ਕੋ ਨਹਿਨ ਸੰਭਾਰੈ। ਐਨੀ ਮੁਸੀਬਤ ਭੂਤਾਂ ਪ੍ਰੇਤਾਂ ਦੇ ਪਈ ਵੀ ਪਿਓ ਨੇ ਪੁੱਤਰ ਨਹੀਂ ਵੇਖਿਆ। ਭਰਾਤ ਭਰਾਤ ਕੋ ਛੋਰ ਪਧਾਰੈ। ਭਰਾ ਨੂੰ ਭਰਾ ਛੱਡ ਕੇ ਭੱਜਣ ਲੱਗਾ। ਐਸੀ ਮੁਸੀਬਤ ਪੈ ਗਈ, ਜਿਵੇਂ ਕਹਿੰਦੇ ਨਾ ਵੀ ਐਨੀ ਮੁਸੀਬਤ ਪਈ ਮਾਂ ਨੇ ਪੁੱਤ ਨਹੀਂ ਸਿਆਣਿਆ। ਇੱਦਾਂ ਸਾਧ ਸੰਗਤ ਜੀ ਉਸ ਸਮੇਂ ਉਹਨਾਂ ਪ੍ਰੇਤਾਂ ਉੱਤੇ ਗੁਰੂ ਅਮਰਦਾਸ ਸਾਹਿਬ ਦੇ ਤਪ ਦਾ ਤੇਜ ਪ੍ਰਭਾਵ ਪਿਆ ਹੈ। ਇਸਤਰੀ ਤਿਆਗ ਚਲੇ ਪਤ ਪ੍ਰੇਤ। ਇਹਨਾਂ ਭੂਤਾਂ ਦੇ ਪਰਿਵਾਰ ਹੁੰਦੇ ਆ ਸਾਧ ਸੰਗਤ ਜੀ, ਇਹਨਾਂ ਦੇ ਪਿੰਡ ਵਸੇ ਹੁੰਦੇ ਆ, ਇਹਨਾਂ ਦੇ ਪਿਓ ਦਾਦੇ ਪੜਦਾਦੇ ਗਾਂ ਦੀ ਗਾਂ ਪੀੜ੍ਹੀਆਂ ਵੀ ਹੁੰਦੀਆਂ ਭੂਤਾਂ ਦੀਆਂ, ਕਿਉਂਕਿ ਇੱਕ ਜੂਨੀ ਹੈ ਨਾ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਇਹ ਜੂਨੀ ਹੈ। ਤੋ ਇਸ ਜੂਨੀ ਵਿੱਚ ਪ੍ਰੇਤ ਜੋਨ ਵੱਲ ਵੱਲ ਉਤਰ, ਕਈ ਬਾਰ ਹੀ ਇਸ ਜੂਨੀ 'ਚ ਪੈਂਦੇ ਰਹਿੰਦੇ ਆ। ਜਿਹੜੇ ਮਕਾਨਾਂ ਦਾ ਬਿਲਡਿੰਗਾਂ ਦਾ ਮੋਹ ਕਰਦੇ ਆ ਵੀ ਸਾਡਾ ਘਰ ਬੜਾ ਸੋਹਣਾ ਹੈ, ਇਸੇ ਖਿਆਲ 'ਚ ਮਰ ਜਾਂਦੇ ਆ, ਉਹ ਵੀ ਪ੍ਰੇਤ ਬਣਦੇ। ਹੋਰ ਵੀ ਕਈ ਕਾਰਨਾਂ ਕਰਕੇ ਭੈੜੀਆਂ ਜੂਨਾਂ ਪ੍ਰੇਤਾਂ ਦੀਆਂ ਮਿਲਦੀਆਂ ਹਨ। ਸੋ ਇਹ ਪ੍ਰੇਤਾਂ ਦੀਆਂ ਇਸਤਰੀਆਂ ਨੇ ਆਪਣੇ ਪਤੀ ਛੱਡਤੇ, ਪਤੀਆਂ ਨੇ ਪਤਨੀਆਂ ਆਪਣੀਆਂ ਪ੍ਰੇਤਨੀਆਂ ਛੱਡ ਦਿੱਤੀਆਂ ਤੇ ਦੌੜੇ ਜਾਂਦੇ ਨੇ। ਕਿਤੇ ਪਰੇ ਧਰ ਹੋਏ ਅਚੇਤ। ਕਈ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ ਨੇ। ਭਲਾ ਚਲੀ ਐਸੇ ਤਿਨ ਪਰੀ। ਕਹਿੰਦੇ ਐਸੀ ਹਾਲਚਲ ਮਚੀ ਹੈ, ਇਹ ਥਾਨ ਤਜ ਥਿਰੇ ਨਾ ਘਰੀ। ਕਹਿੰਦੇ ਇੱਕ ਮਿੰਟ ਵੀ ਉੱਥੇ ਖਲੋਤਾ ਨਹੀਂ ਗਿਆ ਉਹਨਾਂ ਕੋਲੋਂ। ਹਾਹਾਕਾਰ ਕਰਤ ਭਜ ਚਲੇ। ਹਾਹਾਕਾਰ ਕਰਦੇ ਭੱਜੇ ਜਾਂਦੇ ਨੇ। ਸਕਲ ਦਿਸ਼ਨ ਹੋਏ ਸਕਹਿ ਨਾ ਖਲੇ। ਭੂਤ ਪ੍ਰੇਤ ਸ੍ਰੀ ਗੋਇੰਦਵਾਲ ਸਾਹਿਬ ਤੋਂ ਭੱਜੇ ਨੇ। ਕਿਸੇ ਪਾਸੇ ਖਲੋਣ ਦਾ ਉਹਨਾਂ ਦਾ ਹੌਸਲਾ ਹੀ ਨਹੀਂ ਪੈਂਦਾ ਵੀ ਖੜ ਕੇ ਦੇਖ ਲਈਏ ਪਿੱਛੇ ਕੀ ਹੋ ਰਿਹਾ। ਇੰਨਾ ਗੁਰੂ ਅਮਰਦਾਸ ਸਾਹਿਬ ਦਾ ਤਪ ਤੇਜ ਪ੍ਰੇਤਾਂ ਕੋਲੋਂ ਝੱਲਿਆ ਨਹੀਂ ਗਿਆ। ਜਿਉਂ ਜਿਉਂ ਛੜੀ ਹਿਲਾਵਨ ਕਰਹੀ। ਜਿਵੇਂ ਸਤਿਗੁਰੂ ਜੀ ਛੜੀ ਨੂੰ ਹਿਲਾਈ ਜਾਂਦੇ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਤਿਉਂ ਤਿਉਂ ਤਪਤ ਤਿਨਹੋ ਪਰਵ ਪਰਹੀ। ਤਿਉਂ ਤਿਉਂ ਉਹਨਾਂ ਦੇ ਉੱਤੇ ਉਹ ਤਪਸ਼ ਪੈਂਦੀ ਹੈ, ਤਪ ਦਾ ਤੇਜ ਪ੍ਰਭਾਵ ਪੈਂਦਾ ਹੈ। ਜੋ ਭਗਤੀ ਸੇਵਾ ਸਿਮਰਨ ਦਾ ਪ੍ਰਭਾਵ ਪੈਂਦਾ, ਉਹ ਫਿਰ ਪ੍ਰੇਤ ਆਤਮਾਵਾਂ ਪਾਪ ਆਤਮਾਵਾਂ ਅੱਗੇ ਅੱਗੇ ਭੱਜਦੀਆਂ ਜਾਂਦੀਆਂ ਹਨ। ਕੇਤਕ ਹਾਥ ਜੋੜ ਕਹਿ ਬਿਨਾ। ਕਈ ਹੱਥ ਜੋੜ ਕੇ ਬੇਨਤੀਆਂ ਕਰਦੇ ਨੇ, ਤਜਹੋ ਹਮੈ ਨਹਿ ਨਾਹਕ ਹਨੈ। ਸਾਨੂੰ ਛੱਡ ਦਿਓ ਜੀ, ਸਾਨੂੰ ਨਾ ਮਾਰੋ ਜੀ। ਕੇਤਕ ਕਾਲ ਕੋ ਉਤਰਿਓ ਡੇਰਾ। ਕੁਝ ਸਮੇਂ ਦਾ ਸਾਡਾ ਇੱਥੇ ਡੇਰਾ ਉਤਰਿਆ ਹੈ। ਹਮ ਹੈ ਸੰਭਾਰਨ ਦੇਹੋ ਇਸ ਬੇਰਾ। ਤੇ ਸਾਨੂੰ ਆਪਣਾ ਡੇਰਾ ਸਾਂਭ ਲੈਣ ਦਿਓ। ਅਸੀਂ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹਾਂ, ਆਪਣਾ ਰਾਜ ਸਾਜ ਆਪਣਾ ਮਾਲ ਸਬਾਬ ਚੁੱਕ ਕੇ ਲੈ ਜਾਈਏ। ਛਰੀ ਨਾ ਚੰਚਲ ਕਰੋ ਅਗਾਰੀ। ਭੂਤ ਪ੍ਰੇਤ ਅਰਦਾਸ ਕਰਦੇ ਦੂਰੋਂ ਖੜ ਕੇ ਹਾਲ ਪਾ ਰਿਹਾ, ਮਹਾਰਾਜ ਇਹ ਛੜੀ ਸਾਡੇ ਵੱਲ ਨਾ ਕਰੋ, ਇਹਨੂੰ ਨਾ ਹਿਲਾਓ। ਜਦੋਂ ਇਹ ਹਿਲਦੀ ਹੈ ਨਾ, ਉਦੋਂ ਸਾਡਾ ਸਾਰਾ ਸਰੀਰ ਸੜਨ ਲੱਗ ਜਾਂਦਾ ਹੈ, ਅੱਗ ਲੱਗ ਜਾਂਦੀ ਹੈ। ਕਿਰਪਾ ਕਰੋ, ਇਹਨੂੰ ਸ਼ਾਂਤ ਕਰੋ। ਅਸੀਂ ਜਾਂਦੇ ਹਾਂ ਮਹਾਰਾਜ, ਪਰ ਸਾਨੂੰ ਆਪਣਾ ਸਮਾਨ ਤਾਂ ਚੁੱਕ ਲੈਣ ਦਿਓ। ਚਲੇ ਜਾਹੇ ਹਮ ਤੂਰਨ ਧਾਰੀ। ਅਸੀਂ ਆਪਣਾ ਗੁਪਤ ਸਮਾਨ, ਜਿਵੇਂ ਸਾਧ ਸੰਗਤ ਜੀ ਆਪਾਂ ਪ੍ਰਗਟ ਹਾਂ, ਸਾਡਾ ਸਮਾਨ ਪ੍ਰਗਟ ਹੈ। ਇਹਨਾਂ ਪ੍ਰੇਤਾਂ ਦਾ ਗੁਪਤ ਸਮਾਨ ਹੁੰਦਾ ਵਰਤੋਂ ਦਾ, ਖਾਸ ਕਰਕੇ ਮਾਸ ਸ਼ਰਾਬ ਇੱਦਾਂ ਦੀਆਂ ਚੀਜ਼ਾਂ ਜ਼ਿਆਦਾ ਵਰਤਦੇ ਹਨ। ਤੇ ਇਹ ਆਪਣੇ ਵਿਆਹ ਸ਼ਾਦੀਆਂ ਵੀ ਬੜੇ ਧੂਮ-ਧਾਮ ਨਾਲ ਕਰਦੇ ਹਨ। ਸੋ ਇਹ ਭੂਤਾਂ ਪ੍ਰੇਤਾਂ ਦਾ ਦਲਾਂ ਦਾ ਦਲ ਉੱਥੇ ਠਹਿਰਿਆ ਹੋਇਆ ਸੀ। ਕਹਿੰਦੇ ਅਸੀਂ ਚਲੇ ਜਾਂਦੇ ਹਾਂ, ਸਾਨੂੰ ਜਾਣ ਦਾ ਥੋੜਾ ਸਮਾਂ ਤਾਂ ਦਿਓ। ਇਸ ਪ੍ਰਕਾਰ ਮਾਚਿਓ ਜਬ ਰੌਰਾ। ਏਦੋਂ ਸ੍ਰੀ ਗੋਇੰਦਵਾਲ ਸਾਹਿਬ ਭੂਤਾਂ ਪ੍ਰੇਤਾਂ ਦੀ ਹਾਹਾਕਾਰ ਮਚ ਗਈ, ਰੌਲਾ ਪੈ ਗਿਆ। ਸਗਰੇ ਗਏ ਛੋਰ ਤਬ ਠੌਰਾ। ਇਹ ਸਾਰੇ ਸ੍ਰੀ ਗੋਇੰਦਵਾਲ ਸਾਹਿਬ ਦਾ ਟਿਕਾਣਾ ਛੱਡ ਕੇ ਦੌੜ ਗਏ। ਹੋਤੀ ਦੇਵਣੀ ਇੱਕ ਤਿੰਨ ਮਾਹੀ। ਇਹਨਾਂ ਵਿੱਚ ਇੱਕ ਦਿਓ ਵੀ ਹੁੰਦੇ ਨੇ, ਇੱਕ ਜਿੰਨ ਹੁੰਦੇ ਨੇ, ਇੱਕ ਬਤਾਲ ਹੁੰਦੇ ਨੇ, ਇੱਕ ਦੇਵ ਹੁੰਦੇ ਨੇ, ਇੱਕ ਦੈਂਤ ਹੁੰਦੇ ਨੇ, ਇੱਕ ਭੂਤ ਹੁੰਦੇ ਨੇ, ਇੱਕ ਪ੍ਰੇਤ ਹੁੰਦੇ ਨੇ, ਇੱਕ ਪਿਸ਼ਾਚ ਹੁੰਦੇ ਨੇ। ਬੜੀਆਂ ਹੀ ਜਾਤਾਂ ਨੇ। ਜਿਵੇਂ ਬੰਦੇ ਦੀਆਂ ਜਾਤਾਂ ਵਿੱਚ ਵੀ ਕਈ ਤਰ੍ਹਾਂ ਦੇ ਬੰਦੇ ਹੁੰਦੇ ਨਾ, ਪਸ਼ੂਆਂ ਦੀ ਵੀ ਕਈ ਨਸਲਾਂ ਹੁੰਦੀਆਂ ਨੇ, ਭੂਤਾਂ ਪ੍ਰੇਤਾਂ ਦੀਆਂ ਵੀ ਬੇਅੰਤ ਨਸਲਾਂ ਨੇ। ਇਹਨਾਂ ਦੇ ਅੰਦਰ ਵੀ ਬੜਾ ਸਾਧ ਸੰਗਤ ਜੀ ਗੁਪਤ ਪਸਾਰਾ ਜ਼ਿਆਦਾ ਹੈ। ਬਲਕਿ ਜਿੰਨੀ ਦੁਨੀਆ ਆਪਾਂ ਜਾਗਦੀ ਦੇਖਦੇ ਹਾਂ, ਗੁਪਤ ਇਹਦੇ ਨਾਲੋਂ ਜ਼ਿਆਦਾ ਹੈ, ਬੇਅੰਤ ਹੀ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਕਰੋੜਾਂ ਹੀ ਨੇ। ਉਹ ਸਾਰੇ ਹੁਣ ਮਹਾਰਾਜ ਸਾਹਿਬ ਤੋਂ ਡਰਦੇ ਹੋਏ ਛੱਡ ਰਹੇ ਨੇ। ਉਹਨਾਂ ਵਿੱਚ ਇੱਕ ਦੇਵਣੀ ਸੀ, ਉਹਦੇ ਪੇਟ ਵਿੱਚ ਬੱਚੇ ਹੋਣ ਵਾਲੇ ਸਨ। ਕੇਤਕ ਕਾਲ ਗਰਭ ਧਰ ਤਾਹੀ। ਉਹ ਕੁਝ ਸਮੇਂ ਤੋਂ ਗਰਭ ਧਾਰਨ ਕੀਤਾ ਹੋਇਆ ਸੀ, ਉਹਦੇ ਬੱਚਾ ਹੋਣਾ ਸੀ। ਉਤੋਂ ਸਮੀਪ ਪ੍ਰਸੂਤ ਸਮੈ ਤਿਹ। ਉਹਦਾ ਉਸ ਵੇਲੇ ਬੱਚੇ ਹੋਣ ਦਾ ਪ੍ਰਸੂਤ ਦਾ ਟਾਈਮ ਸੀਗਾ। ਜਿਵੇਂ ਕਿਸੇ ਦਾ ਡਿਲੀਵਰੀ ਦਾ ਸਮਾਂ ਹੁੰਦਾ, ਬੱਚੇ ਹੋਣ ਦਾ ਦਿਨ ਪੂਰੇ ਹੋਏ ਹੁੰਦੇ ਆ, 1-2 ਦਿਨ 'ਚ ਬੱਚਾ ਹੋਣਾ ਹੁੰਦਾ।
ਇਦਾਂ ਦਾ ਸਮਾਂ ਬਣਿਆ ਹੋਇਆ ਸੀ। ਪਰਿਓ ਸ਼ੋਰ ਔਚਕ ਹੀ ਦ੍ਰਿਗ ਲਹਿ। ਜਦੋਂ ਉਸ ਦਿਉਣੀ ਨੇ ਵੇਖਿਆ ਵੀ ਸ਼ੋਰ ਪੈ ਗਿਆ, ਸਾਰੇ ਭੱਜੇ ਜਾਂਦੇ ਆ, ਸਾਡਾ ਤਾਂ ਪਿੰਡ ਉੱਜੜ ਗਿਆ ਹੈ, ਭਏ ਤਰਾਸ ਔਰ ਭਾਜ ਪਧਾਰੀ। ਉਹ ਵੀ ਡਰਦੀ ਮਾਰੀ ਆਪਣੇ ਭਾਈਚਾਰੇ ਨਾਲ, ਭੂਤਾਂ ਪ੍ਰੇਤਾਂ ਨਾਲ ਦੌੜੀ ਐ। ਨਹਿ ਟਿਗ ਦੇਖਿਓ ਪਤ ਰਖਵਾਰੀ। ਪਰ ਜਦੋਂ ਉਹਨੇ ਵੇਖਿਆ ਵੀ ਉਹਦਾ ਪਤੀ ਵੀ ਕੋਲ ਕੋਈ ਨਹੀਂ ਐ, ਬਿਹਬਲ ਦੌਰਤ ਤਰਾਸਤ ਹੋਈ। ਵਿਚਾਰੀ ਇਕੱਲੀ ਦੌੜੀ ਜਾਂਦੀ ਖੇਤਾਂ ਦੇ ਵਿੱਚ। ਗੇਰਿਓ ਗਰਭ ਤਬ ਸਿਸ ਭੇਦ ਦੋਈ। ਉਹਦੇ ਪੇਟ 'ਚੋਂ 2 ਬੱਚੇ ਪੈਦਾ ਹੋ ਗਏ। ਦੌੜੀ ਜਾਂਦੀ ਦੇ ਪੇਟ ਤੋਂ ਗਰਭ ਗਿਰ ਗਿਆ, 2 ਬੱਚੇ ਡਿੱਗੇ ਹਨ। ਉਤੋ ਜਵਾਰ ਕੋ ਤਹਾਂ ਕਿਦਾਰਾ। ਜਿੱਥੇ ਉਹ ਬੱਚੇ ਉਹਦੇ ਹੋਏ ਜਾਂ ਬੱਚੇ ਉਹਦੇ ਪੇਟ 'ਚੋਂ ਗਿਰੇ, ਉੱਥੇ ਜਵਾਰ ਦਾ, ਚਰੀ ਦਾ ਖੇਤ ਸੀ। ਉਪਰ ਕਟੀ ਹੋਈ ਤਿਸ ਬਾਰਾ। ਤੇ ਉਹ ਜਿਹੜੀ ਚਰੀ ਹੈ, ਤੁਸੀਂ ਜਾਣਦੇ ਹੀ ਹੋ, ਪੰਜਾਬੀ ਭਾਈਚਾਰੇ ਨੂੰ ਤਾਂ ਖਾਸ ਕਰਕੇ ਪਤਾ ਹੈ ਬਈ ਜਦੋਂ ਚਰੀ ਵੱਢ ਲਈਦੀ ਆ ਉਹਦੇ ਥੱਲੇ ਫਿਰੰਡੇ ਰਹਿ ਜਾਂਦੇ, ਖੂੰਗੀਆਂ ਜੀਆਂ। ਉਹ ਉੱਤੋਂ ਵੱਢੀ ਹੋਈ ਸੀ ਚਰੀ, ਪਸ਼ੂਆਂ ਨੂੰ ਪਾਉਣ ਵਾਸਤੇ ਜਵਾਰ ਵੱਢੀ ਹੋਈ ਸੀ, ਥੱਲੇ ਉਹਦੇ ਫਿਰੰਡੇ, ਉਹਦੀਆਂ ਜਿਹੜੀਆਂ ਖੂੰਗੀਆਂ ਹਨ ਉਹ ਅਜੇ ਖੜੀਆਂ ਸਨ, ਖੇਤ ਵਾਹਿਆ ਨਹੀਂ ਸੀ। ਇੱਕ ਕੇ ਦ੍ਰਿਗ ਸੋਂ ਲਗਿਓ ਫਿਰੰਡਾ। ਤੋ ਇੱਕ ਬੱਚੇ ਦੀ ਅੱਖ ਦੇ ਵਿੱਚ ਫਿਰੰਡਾ, ਉਹ ਜਿਹੜੀ ਖੂੰਗੀ ਹੈ ਨਾ ਚਰੀ ਦੀ, ਉਹ ਵੱਜ ਗਈ। ਚੁਬਿਓ ਬੀਚ ਸੋ ਕੀਨਸ ਖੰਡਾ। ਕਹਿੰਦੇ ਉਹਦੀ ਅੱਖ ਕਾਣੀ ਹੋ ਗਈ, ਅੱਖ ਖਤਮ ਹੋ ਗਈ। ਕਾਣਾ ਦੇਵ ਬਿਦਤ ਜਗ ਅਹੈ। ਉਹਨੂੰ ਹੀ ਸਾਧ ਸੰਗਤ ਜੀ ਕਾਣਾ ਦੇਵ ਕਹਿੰਦੇ, ਜਿਹਨੂੰ ਮੈਖਾਸੁਰ ਵੀ ਕਹਿ ਦਿੰਦੇ ਆ। ਕਾਣਾ ਦੇਵ ਬਠਿੰਡੇ ਦੇ ਕਿਲੇ ਵਿੱਚ ਰਹਿੰਦਾ ਸੀ। ਦੁਰਗ ਬਠਿੰਡੇ ਵਿੱਚ ਜੋ ਰਹਾ। ਹਾਂ, ਕਵੀ ਜੀ ਨਾਲ ਹੀ ਲਿਖ ਰਹੇ ਆ ਵੀ ਜਿਹੜਾ ਬਠਿੰਡੇ ਦੇ ਕਿਲੇ 'ਚ ਰਹਿੰਦਾ, ਉਹ ਜਿਹੜਾ ਬਹੁਤ ਵੱਡਾ ਦਿਓ, ਕਾਣਾ ਦਿਓ, ਗੋਇੰਦਵਾਲ ਸਾਹਿਬ ਦੀ ਦਿਉਣੀ ਦੇ ਪੇਟ ਤੋਂ ਉਦੋਂ ਜੰਮਿਆ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਦਿਓ ਉੱਥੋਂ ਭਜਾਏ ਸਨ ਸਾਰੇ। ਸ੍ਰੀ ਕਲਗੀਧਰ ਜਾਏ ਨਿਕਾਸਿਓ। ਜਦੋਂ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬਠਿੰਡੇ ਗਏ ਨੇ, ਉਦੋਂ ਬਠਿੰਡੇ ਦੇ ਲੋਕਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਕਾਣਾ ਦਿਓ ਬਹੁਤ ਤੰਗ ਕਰਦਾ ਹੈ, ਇੱਕ ਝੋਟੇ ਦੇ ਰੂਪ 'ਚ ਰਹਿੰਦਾ ਹੈ ਤੇ ਬਹੁਤ ਹੀ ਮਾਰਖੰਡ ਹੈ, ਮਾਰਦਾ ਹੈ ਲੋਕਾਂ ਨੂੰ, ਇਹਦੇ ਅੱਗੇ ਕਿਸੇ ਦਾ ਕੋਈ ਮੰਤਰ ਜੰਤਰ ਜਾਦੂ ਟੂਣਾ ਵੀ ਨਹੀਂ ਚੱਲਦਾ। ਉਸ ਵੇਲੇ ਮਹਾਰਾਜ ਕਲਗੀਧਰ ਪਾਤਸ਼ਾਹ ਸਿੰਘ ਭੇਜੇ, ਭਾਈ ਮਲਿਆਗਰ ਸਿੰਘ ਜੀ ਲਾਗਲੇ ਪਿੰਡਾਂ 'ਚੋਂ ਉਹਨੂੰ ਲਿਆਂਦਾ ਤੇ ਇੱਕੋ ਵਾਰ ਦੇ ਨਾਲ ਭਾਈ ਮਲਿਆਗਰ ਸਿੰਘ ਨੇ ਉਹਦਾ ਝਟਕਾ ਕੀਤਾ, ਉਹਨੂੰ ਇੱਕੋ ਵਾਰ ਨਾਲ ਝਟਕਾ ਕੇ ਉਹਦੀ ਮੁਕਤੀ ਕੀਤੀ ਤੇ ਉਹਦਾ ਪਹਿਰਾ ਲਾਇਆ ਵੀ ਤੂੰ ਗੁਰੂ ਘਰਾਂ ਦੀ ਰਾਖੀ ਕਰਿਆ ਕਰ ਤੇ ਸਰਹੰਦ ਫਤਿਹ ਕਰਨੀ, ਉਦੋਂ ਸਰਹੰਦ ਉਜਾੜ ਦੇਵੀਂ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਸਾਖੀ ਤਾਂ ਅੱਗੇ ਆਵੇਗੀ ਇਤਿਹਾਸ ਵਿੱਚ। ਸੋ ਕਾਣਾ ਦਿਓ, ਇਹਦਾ ਜਨਮ ਗੋਇੰਦਵਾਲ ਸਾਹਿਬ ਹੋਇਆ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਉੱਥੋਂ, ਇਹਦੀ ਮਾਂ ਨੂੰ ਉੱਥੋਂ ਦੌੜਾਇਆ ਸੀ। ਜਿਸ ਤੇ ਸਭ ਮਹਿ ਨਾਮ ਪ੍ਰਕਾਸ਼ਿਓ। ਜਿਹਦੇ ਕਰਕੇ ਸਾਰੇ 'ਚ ਨਾਮ ਇਹਨਾਂ ਦਾ ਮਸ਼ਹੂਰ ਹੋ ਗਿਆ, ਕਾਣਾ ਦਿਓ। ਇਹ ਕਾਣਾ ਇਸੇ ਕਰਕੇ ਸੀ ਵੀ ਇਹਦੇ ਅੱਖ ਵਿੱਚ ਚਰੀ ਦਾ ਫਰਿੰਡਾ ਵੱਜਾ ਸੀ। ਗਿਰਿਓ ਦੂਸਰੋ ਭੁਜ ਕੇ ਪਾਰੋ ਭਾਰ। ਦੂਜਾ ਬੱਚਾ ਉਹ ਬਾਂਹ ਦੇ ਭਾਰ ਡਿੱਗਾ ਥੱਲੇ ਖੇਤਾਂ ਵਿੱਚ। ਸੋ ਟੂਟੀ ਪਰ ਖੇਤ ਮਝਾਰ। ਉਹਦੀ ਬਾਂਹ ਟੁੱਟ ਗਈ ਖੇਤ ਵਿੱਚ ਡਿੱਗ ਕੇ। ਦੋਨੋਂ ਕੋ ਤਿਨ ਲਿਓ ਉਚਾਏ। ਉਹਨੇ ਇੱਕ ਕਾਣਾ ਤੇ ਇੱਕ ਟੁੰਡਾ, ਦੋਵੇਂ ਹੀ ਬੱਚੇ ਆਪਣੇ ਪ੍ਰੇਤਣੀ ਨੇ ਚੁੱਕ ਲਏ। ਬਸਤਰ ਲਪੇਟਿਓ ਰਖੇ ਬਚਾਏ। ਤੇ ਲਪੇਟ ਕੇ ਬਸਤਰਾਂ ਵਿੱਚ, ਉਹਨਾਂ ਦੇ ਬਸਤਰ ਵੀ ਗੁਪਤ ਹੁੰਦੇ ਆ। ਕਈ ਲੋਕ ਹੁਣ ਸ਼ੰਕਾ ਕਰਨਗੇ ਵੀ ਉਹਨਾਂ ਦੇ ਬਸਤਰ ਕਿੱਦਾਂ ਦੇ ਹੋਣਗੇ। ਉਹਨਾਂ ਦੇ ਵੀ ਗੁਪਤ, ਜਿੱਦਾਂ ਸਾਡੇ ਪ੍ਰਗਟ ਸਾਰਾ ਪਸਾਰਾ ਹੈ, ਉਹਨਾਂ ਦਾ ਗੁਪਤ ਪਸਾਰਾ ਹੈ। ਸੋ ਆਪਣਾ ਬੱਚਾ ਲੈ ਕੇ ਉਹ ਦੌੜੀ ਹੈ। ਕੇਤਕ ਸੰਮਤ ਮਹਿ ਭੇ ਜਵਾਨ। ਕੁਝ ਸਾਲਾਂ 'ਚ ਉਹ ਬੱਚੇ ਜਵਾਨ ਹੋਏ। ਬਸੇ ਸੋ ਦੋਨੋਂ ਕਰ ਨਿਜ ਥਾਨ। ਆਪਣਾ ਆਪਣਾ ਟਿਕਾਣਾ ਬਣਾ ਕੇ ਬਸੇ। ਇੱਕ ਤਾਂ ਬਠਿੰਡੇ ਦੇ ਕਿਲੇ 'ਚ ਵਸਿਆ, ਇੱਕ ਮਸੂਰਪੁਰ ਬਾਸਾ ਪਾਇਓ। ਇੱਕ ਨੇ ਮਨਸੂਰਪੁਰ ਦੇ ਵਿੱਚ ਆਪਣਾ ਟਿਕਾਣਾ ਪਾ ਲਿਆ, ਉੱਥੇ ਰਹਿੰਦਾ ਸੀ ਜਿਹਦੀ ਬਾਂਹ ਟੁੱਟੀ ਸੀ। बीच बठिंडे दुती बसायो। दूजा जिहड़ा काना सी ਉਹ ਬਠਿੰਡੇ ਦੇ ਕਿਲੇ ਵਿੱਚ ਵਸਿਆ ਹੈ। ਇਸ ਪ੍ਰਕਾਰ ਦੇਵਨ ਗਤ ਹੋਈ। ਇਸ ਪ੍ਰਕਾਰ ਇਹਨਾਂ ਪ੍ਰੇਤਾਂ ਭੂਤਾਂ ਦੀ ਹਾਲਤ ਹੋਈ ਹੈ। ਇੱਥੋਂ ਭਜਾਏ ਨੇ ਗੋਇੰਦਵਾਲ ਸਾਹਿਬ ਤੋਂ ਗੁਰੂ ਜੀ ਨੇ। ਭੂਤ ਪ੍ਰੇਤ ਤਹ ਰਹਿਓ ਨਾ ਕੋਈ। ਕੋਈ ਭੂਤ ਪ੍ਰੇਤ ਇਸ ਨਗਰੀ 'ਚ ਨਹੀਂ ਰਹਿਣ ਦਿੱਤਾ ਸਤਿਗੁਰਾਂ ਨੇ। ਖਰੇ ਭਏ ਸ੍ਰੀ ਅਮਰ ਸਥਾਨ। ਜਦੋਂ ਸਾਰੀ ਨਗਰੀ ਸਾਫ਼ ਕਰਤੀ, ਭੂਤਾਂ ਪ੍ਰੇਤਾਂ ਤੋਂ ਰਹਿਤ ਕਰਤੀ, ਮਹਾਰਾਜ ਜਾ ਕੇ ਖਲੋ ਗਏ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਕੀਨ ਬਿਲੋਕਨ ਚਾਰ ਮਹਾਨ। ਬੜੀ ਸੋਹਣੀ ਜਗ੍ਹਾ, ਰਮਣੀਕ ਜਗ੍ਹਾ ਵੇਖੀ ਹੈ। ਨਿਕਟ ਬਿਪਾਸਾ ਬਹਿ ਪ੍ਰਵਾਹੋ। ਦਰਿਆ ਬਿਆਸਾ ਦਾ ਕਿਨਾਰਾ ਹੈ। ਦਰਿਆ ਠਾਠਾ ਮਾਰਦਾ, ਬੜਾ ਸਾਫ਼ ਸੁਥਰਾ ਜਲ ਦਰਿਆ ਦਾ ਚੱਲਦਾ ਹੈ।
ਜੁਗਤ ਤਰੰਗ ਬਿਮਲ ਜਲ ਮਾਹੂ ਜਿਹਦੇ ਵਿੱਚ ਤਰੰਗਾਂ ਲਹਿਰਾਂ ਉੱਠਦੀਆਂ ਨੇ ਨੀਲੇ ਪਾਣੀ ਵਿੱਚ। ਚੱਕਰਵਾਕ ਤੇ ਆਦ ਵਿਹੰਗਾ ਬਹੁਤ ਸਾਰੇ ਪੰਛੀ ਹਨ, ਮੁਰਗਾਬੀਆਂ ਹਨ, ਚਕਵੇ ਹਨ। ਬਹੁ ਸ਼ਬਦਾਏ ਮਾਨ ਜਿਮਰ ਗੰਗਾ ਕਹਿੰਦੇ ਜਿਵੇਂ ਗੰਗਾ ਦੇ ਕਿਨਾਰੇ ਤੇ ਸ਼ਬਦ ਹੁੰਦਾ ਪੰਛੀਆਂ ਦਾ, ਏਦਾਂ ਇਸ ਤੇ ਸ੍ਰੀ ਗੋਇੰਦਵਾਲ ਸਾਹਿਬ ਬਿਆਸਾ ਦੇ ਕੰਢੇ ਤੇ ਵੀ ਬੜਾ ਆਨੰਦ ਹੈ। ਸੁੰਦਰ ਪੁਲਨ ਸਥਾਨ ਜਿਸੀ ਕੇ ਕਹਿੰਦੇ ਇਹਦੇ ਆਲੇ ਦੁਆਲੇ ਸੁੰਦਰ ਜਗ੍ਹਾ ਹੈ, ਬਹੁਤ ਸੁੰਦਰ ਜਗ੍ਹਾ ਬਣੀ। ਸੁੰਦਰ ਪੁਲਨ ਸਥਾਨ ਜਿਸੀ ਕੇ ਕਹਿੰਦੇ ਨਦੀ ਦੇ ਉੱਤੇ ਜਿਹੜੇ ਸੋਹਣੇ ਪੁਲ ਬੱਝੇ ਹਨ ਬੇੜੀਆਂ ਦੇ। ਸਿੱਖਤਾ ਮ੍ਰਿਦ ਜੁਗ ਤੀਰ ਤਿਸੀ ਕੇ ਕਹਿੰਦੇ ਦੋਵਾਂ ਕਿਨਾਰਿਆਂ ਦੇ ਉੱਤੇ ਬੜੀ ਸੋਹਣੀ ਸਾਫ ਸੁਥਰੀ ਰੇਤਾ ਹੈ। ਲਵਪੁਰ ਆਦ ਗਮਨ ਤਹਿ ਰਾਹੂ ਸ੍ਰੀ ਗੋਇੰਦਵਾਲ ਸਾਹਿਬ ਪੱਤਣ ਹੈ ਦਰਿਆ ਦਾ, ਜਿਹੜੀ ਦਿੱਲੀ ਤੋਂ ਸਾਧ ਸੰਗਤ ਜੀ ਲਾਹੌਰ ਨੂੰ ਸੜਕ ਜਾਂਦੀ GT ਰੋਡ ਸ਼ੇਰਸ਼ਾਹ ਸੂਰੀ ਮਾਰਗ। ਪਹਿਲਾਂ ਇਹ ਜਲੰਧਰ ਤੋਂ ਗੋਇੰਦਵਾਲ ਸਾਹਿਬ ਨੂੰ ਹੋ ਕੇ ਤੇ ਫਿਰ ਝਬਾਲ ਤੋਂ ਹੋ ਕੇ ਅੱਗੇ ਜਾਂਦੀ ਹੁੰਦੀ ਸੀ। ਮਹਾਰਾਜ ਸਾਹਿਬ ਜੀ ਦੇ ਸਮੇਂ ਇਸੇ ਤਰ੍ਹਾਂ ਸੀ। ਅੱਜ ਵੀ ਤੁਸੀਂ ਦੇਖ ਲਓ ਉੱਥੇ ਬੁਰਜੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਸ਼ੇਰਸ਼ਾਹ ਸੂਰੀ ਦੇ ਸਮੇਂ ਤੋਂ ਦਰਿਆ ਦੇ GT ਰੋਡ ਦੇ ਕਿਨਾਰੇ ਤੇ ਬਣੀਆਂ, ਉਸੇ ਸੜਕ ਤੇ ਬਣੀਆਂ ਜਿਹੜੀਆਂ ਝਬਾਲ ਵੱਲ ਲੰਘਦੀ ਹੈ। ਜਿਹੜਾ ਅੰਮ੍ਰਿਤਸਰ ਵੱਲ GT ਰੋਡ ਹੈ ਇਹ ਬਾਅਦ ਵਿੱਚ ਬਣਿਆ ਹੈ। ਸੋ ਉਸ ਵੇਲੇ ਲਾਹੌਰ ਜਾਣ ਦਾ ਰਸਤਾ ਸੀ, ਮੇਨ ਰਸਤੇ ਉੱਤੇ ਨਗਰ ਗੋਇੰਦਵਾਲ ਸੀ। ਇਤ ਦਿੱਲੀ ਪਹੁੰਚਤ ਸੇ ਜਾਹੂ ਇੱਧਰ ਦਿੱਲੀ ਜਾਣ ਦਾ ਸੀ ਰਸਤਾ, ਉੱਧਰ ਲਾਹੌਰ ਜਾਂਦਾ ਸੀ। GT ਰੋਡ ਦੇ ਉੱਤੇ ਗੁਰੂ ਸਾਹਿਬ ਨੇ ਸਿੱਖੀ ਦਾ ਕੇਂਦਰ ਬਣਾਉਣਾ ਸੀ। ਘਾਟ ਉਰਾਰ ਪਾਰ ਉਤਰੈ ਬੋ ਉਰਲੇ ਪਾਸੇ ਜਾਣਾ ਪਰਲੇ ਪਾਸੇ ਜਾਣਾ, ਦੋਵੇਂ ਘਾਟ ਬੇੜੀਆਂ ਦੇ ਬਣੇ ਸੁੰਦਰ ਸਨ। ਆਵਤ ਜਾਤ ਲੋਕ ਠਹਿਰੈ ਬੇ ਜਿਹੜੇ ਲੋਕ ਆਉਂਦੇ ਜਾਂਦੇ ਇੱਥੇ ਠਹਿਰਦੇ ਸਨ। ਤੀਰ ਵਿਪਾਸਾ ਸੁੰਦਰ ਥਾਨੂ ਬੜੀ ਸਾਫ ਸੁਥਰੀ ਬਿਆਸਾ ਦੀ ਕਿਨਾਰਾ ਹੈ। ਊਚੋ ਸ਼ੋਭਤ ਦੇਖ ਮਹਾਨੂ ਬੜਾ ਉੱਚਾ ਸੋਹਣਾ ਨਗਰ ਵਸਿਆ, ਦੇਖ ਕੇ ਮਨ ਮੋਹਿਆ ਜਾਂਦਾ ਹੈ। ਜਿਮ ਸ਼੍ਰੀ ਅੰਗਦ ਆਗਿਆ ਦੀਨਸ ਜਿਵੇਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਸਾਹਿਬ ਨੂੰ ਹੁਕਮ ਦਿੱਤਾ ਸੀ। ਸਤਨਾਮ ਕਹਿ ਜਲ ਕਰ ਲੀਨਸ ਮਹਾਰਾਜ ਨੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਜਲ ਲਿਆ ਹੱਥ ਵਿੱਚ। ਛਿੜਕਨ ਕਰਿਓ ਸਥਾਨ ਚੋ ਫੇਰੇ ਸ੍ਰੀ ਗੋਇੰਦਵਾਲ ਸਾਹਿਬ ਨਗਰ 'ਚ ਛੜਕਾ ਦਿੱਤਾ ਜਲ ਦਾ। ਫੇਰ ਨਾ ਆਵਹਿ ਪ੍ਰੇਤਨ ਡੇਰੇ ਮਹਾਰਾਜ ਕਹਿੰਦੇ ਪ੍ਰੇਤ ਹੁਣ ਮੁੜ ਕੇ ਇੱਥੇ ਨਹੀਂ ਆਉਣਗੇ। ਛੜੀ ਧਰੀ ਕਰ ਸ੍ਰੀ ਗੁਰ ਕਰ ਕੀ ਸ੍ਰੀ ਗੁਰੂ ਮਹਾਰਾਜ ਦੇ ਹੱਥ ਦੀ ਛੜੀ ਰੱਖ ਦਿੱਤੀ। ਕਰੀ ਲਕੀਰ ਜਿਤੀ ਧਰਪੁਰ ਕੀ ਔਰ ਜਿੰਨੀ ਲਕੀਰ ਸੀ ਆਲੇ ਦੁਆਲੇ ਨਗਰ ਵਸਾਣਾ ਸੀ ਉਹਦੇ ਆਲੇ ਦੁਆਲੇ ਮਹਾਰਾਜ ਨੇ ਲਕੀਰ ਖਿੱਚ ਦਿੱਤੀ। ਬਹੁਰ ਮੰਗਾਇਓ ਬਹੁ ਮਿਸ਼ਟਾਨ ਫਿਰ ਬਹੁਤ ਸਾਰਾ ਮਿੱਠਾ ਮੰਗਵਾਇਆ, ਮਠਿਆਈਆਂ ਮੰਗਵਾਈਆਂ, ਗੁੜ ਮੰਗਵਾਇਆ। ਹਰਖਿਓ ਗੋਂਦਾ ਧਨੀ ਮਹਾਨ ਗੋਂਦਾ ਬੜਾ ਖੁਸ਼ ਹੋਇਆ ਵੀ ਚਲੋ ਮੇਰਾ ਨਗਰ ਹੁਣ ਵਸ ਜਾਏਗਾ। ਖੜੇ ਹੋਏ ਸ੍ਰੀ ਅਮਰ ਸੁਜਾਨੇ ਗੁਰੂ ਅਮਰਦਾਸ ਜੀ ਨੇ ਖਲੋ ਕੇ ਹਾਥ ਜੋੜ ਅਰਦਾਸ ਬਖਾਨੇ ਆਪ ਹੱਥ ਜੋੜ ਕੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ। ਸ੍ਰੀ ਨਾਨਕ ਸ੍ਰੀ ਅੰਗਦ ਨਾਮੋ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ ਹੈ। ਸਿਮਰ ਸਿਮਰ ਆਨਨ ਅਬਿਰਾਮੋ ਮਹਾਰਾਜ ਸੋਹਣੇ ਸੁੰਦਰ ਸਰੂਪ ਗੁਰੂ ਨਾਨਕ ਦੇਵ ਜੀ ਦਾ ਤੇ ਗੁਰੂ ਅੰਗਦ ਦੇਵ ਜੀ ਦਾ ਆਪਣੇ ਧਿਆਨ ਵਿੱਚ ਲਿਆ ਕੇ ਅਰਪਣ ਕਰਿਓ ਸਕਲ ਮਿਸ਼ਟਾਨੂ ਸਾਰਾ ਮਿੱਠਾ ਸ੍ਰੀ ਗੁਰੂ ਅੰਗਦ ਦੇਵ ਗੁਰੂ ਨਾਨਕ ਦੇ ਚਰਨਾਂ 'ਚ ਅਰਪਣ ਕਰਕੇ ਅਰਦਾਸੇ 'ਚ ਜਦੋਂ ਭੇਟਾ ਦੇਈਦੀ ਹੈ ਮਹਾਰਾਜ ਇਹ ਪ੍ਰਸ਼ਾਦ ਤੁਹਾਡਾ ਤੁਹਾਨੂੰ ਭੋਗ ਲੱਗੇ, ਇੱਦਾਂ ਅਰਦਾਸ ਕੀਤੀ ਹੈ। ਪੁਨਹੁ ਸਭਨ ਕੋ ਬਾਂਟਨ ਠਾਨੂ ਫਿਰ ਉਹ ਮਿੱਠਾ ਪ੍ਰਸ਼ਾਦ ਸਾਰੀਆਂ ਸੰਗਤਾਂ 'ਚ ਵੰਡ ਦਿੱਤਾ। ਪੂਰਬ ਦਿਸ਼ਾ ਧਰਾ ਪਟਵਾਈ ਜਿਹੜਾ ਗੋਇੰਦਵਾਲ ਸਾਹਿਬ ਦਾ ਪੂਰਬਲਾ ਪਾਸਾ ਹੈ, ਈਸਟ ਵਾਲਾ ਪਾਸਾ ਹੈ, ਉਧਰ ਮਹਾਰਾਜ ਨੇ ਜ਼ਮੀਨ ਪਟਵਾਈ ਹੈ। ਏਕ ਸਾਰ ਸੁੰਦਰ ਬਣਵਾਈ ਤੇ ਉਧਰ ਜਗ੍ਹਾ ਸਾਫ਼ ਕਰਾਈ ਹੈ, ਇੱਕੋ ਜਿਹੀ ਕਰਾਈ ਹੈ, ਬਰਾਬਰ ਉੱਚੀ ਨੀਵੀਂ ਥਾਂ ਸੀ। ਮਹਾਰਾਜ ਨੇ ਕਰਾ ਫੇਰ ਕੇ ਸਫਾਈ ਕਰਾ ਦਿੱਤੀ ਹੈ। ਸ੍ਰੀ ਨਾਨਕ ਕੇ ਚਰਨ ਮਨਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਨਗਰ ਨੀਵ ਧਰ ਚਿਨ ਬੇਲਾਏ ਨਗਰ ਦੀ ਗੋਇੰਦਵਾਲ ਦੀ ਨੀਂਹ ਰੱਖੀ ਹੈ ਤੇ ਕਾਰੀਗਰਾਂ ਨੂੰ ਚਿਣਾਈ ਤੇ ਲਾ ਦਿੱਤਾ ਹੈ। ਤਬ ਤੇ ਬਹੁਰ ਨਾ ਭੂਤ ਨਾ ਪ੍ਰੇਤ ਉਸ ਦਿਨ ਤੋਂ ਬਾਅਦ ਸਾਧ ਸੰਗਤ ਜੀ ਕੋਈ ਭੂਤ ਪ੍ਰੇਤ ਕੋਈ ਜਿੰਨ ਬਤਾਲ ਇਸ ਨਗਰੀ ਵਿੱਚ ਨਹੀਂ ਆਇਆ। ਨਹਿ ਦੇਖੇ ਜੋ ਢਾਹੇ ਨਿਕੇਤ ਫਿਰ ਮੁੜ ਕੇ ਭੂਤ ਪ੍ਰੇਤ ਨਜ਼ਰ ਨਹੀਂ ਆਏ ਜਿਹੜੇ ਘਰ ਢਾਣ ਕਿਸੇ ਦਾ ਨੁਕਸਾਨ ਕਰਨ, ਕਿਉਂਕਿ ਅੱਗੇ ਭੂਤ ਪ੍ਰੇਤ ਰਾਤ ਨੂੰ ਕੰਧਾਂ ਢਾਹ ਜਾਂਦੇ ਸਨ, ਛੱਤ ਪਾਣ ਨਹੀਂ ਸੀ ਦਿੰਦੇ।
ਹੁਣ ਸਭ ਦੌੜ ਗਏ ਹਨ। ਪੂਰਬ ਸਦਨ ਬਨਾਵਹਿ ਕੋ, ਹੁਣ ਪਹਿਲਾਂ ਜੇ ਕੋਈ ਘਰ ਬਣਾਉਂਦਾ ਸੀ ਪ੍ਰੇਤ ਬਿਦਾਰਤ ਢਾਹਤ ਸੋ, ਤੇ ਪ੍ਰੇਤ ਕੰਧਾਂ ਢਾਹ ਦਿੰਦੇ ਸੀ। ਜਿਨਿਓ ਜਿਤੋ ਸੋ ਬਨਿਓ ਰਹਿਓ ਹੈ। ਹੁਣ ਜਿੰਨਾ ਬਣਾਇਆ ਉਹ ਨਹੀਂ ਢਾਇਆ ਕਿਸੇ ਨੇ, ਕੰਧਾਂ ਖੜੀਆਂ ਰਹੀਆਂ। ਰਾਤ ਨੂੰ ਕੋਈ ਭੂਤ ਪ੍ਰੇਤ ਨੇ ਆ ਕੇ ਸ਼ਰਾਰਤ ਨਹੀਂ ਕੀਤੀ। ਗੋਂਦੇ ਦੇਖ ਆਨੰਦ ਲਹਿਓ ਹੈ। ਗੋਂਦਾ ਦੇਖ ਕੇ ਬੜਾ ਖੁਸ਼ ਹੋਇਆ। ਬਹੁ ਧਨ ਖਰਚ ਮਜੂਰ ਲਗਾਏ, ਉਹਨੇ ਬਹੁਤ ਸਾਰੇ ਮਜ਼ਦੂਰ ਪੈਸੇ ਦੇ ਕੇ ਕੰਮ ਤੇ ਲਾ ਦਿੱਤੇ ਕਰਤੇ ਕਾਰੀਗਰ ਸਮੁਦਾਏ। ਤੇ ਕਾਰੀਗਰ ਕੰਮ ਤੇ ਲੱਗੇ ਹਨ। ਤਬ ਸ੍ਰੀ ਅਮਰ ਵਿਚਾਰ ਕਰਿਓ ਹੈ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ। ਤਿਸ ਗੋਂਦੇ ਪਰ ਨਾਮ ਧਰਿਓ ਹੈ। ਇਸ ਪਿੰਡ ਦਾ ਨਾਮ ਗੋਂਦੇ ਦੇ ਨਾਂ ਤੇ ਗੋਂਦਵਾਲ ਸਾਹਿਬ ਰੱਖ ਦਿੱਤਾ। ਗੋਇੰਦਵਾਲ ਉਚਾਰ ਸੁਨਾਇਓ। ਸੰਗਤ ਨੂੰ ਕਹਿਤਾ ਵੀ ਇਹਦਾ ਨਾਂ ਵੱਡੇ ਸਤਿਗੁਰਾਂ ਦੇ ਹੁਕਮ ਅਨੁਸਾਰ ਅਸੀਂ ਗੋਇੰਦਵਾਲ ਹੀ ਰੱਖਾਂਗੇ। ਭਇਓ ਨਾਮ ਪੁਰਖੋ ਬਿਦਤਾਇਓ। ਇਹ ਗੋਂਦੇ ਦੇ ਨਾਂ ਤੇ ਗੋਂਦਵਾਲ ਸਾਹਿਬ ਸਾਰੀ ਦੁਨੀਆ 'ਚ ਪ੍ਰਗਟ ਕਰ ਦਿੱਤਾ। ਕੇਤਕ ਸਦਨ ਤਿਆਰ ਕਰਵਾਏ। ਉਹ ਕਿੰਨੇ ਸੋਹਣੇ ਸੁੰਦਰ ਮਕਾਨ ਬਣਵਾ ਦਿੱਤੇ ਹਨ। ਸ੍ਰੀ ਅੰਗਦ ਕੇ ਦਰਸ਼ਨ ਆਏ। ਤੇ ਉੱਥੇ ਕੰਮ ਕਰਵਾ ਕੇ ਸ਼ੁਰੂ ਨਗਰ ਵਸਾ ਕੇ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਨਾਇਓ। ਗਇਓ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਭੱਟਾਂ ਨੇ ਲਿਖਿਆ ਵੀ ਗੋਇੰਦਵਾਲ ਜਿਹੜਾ ਗੋਬਿੰਦਪੁਰੀ ਵਰਗਾ ਨਗਰ ਵਸਾਤਾ, ਜਿਹੜਾ ਕਈ ਸਾਲਾਂ ਦਾ ਦੁੱਖ ਸੀ ਭੂਤਾਂ ਪ੍ਰੇਤਾਂ ਦਾ, ਉਹ ਦੂਰ ਹੋ ਗਿਆ। ਇਹ ਦੇਵਤਿਆਂ ਦੀ ਨਗਰੀ ਬਣ ਗਈ। ਮਹਾਰਾਜ ਆਰੰਭ ਕਰਾ ਕੇ ਸੇਵਾ ਤੇ ਵਾਪਸ ਸ੍ਰੀ ਖੰਡੂਰ ਸਾਹਿਬ ਆਪਣੇ ਗੁਰਦੇਵ ਨੂੰ ਮੱਥਾ ਟੇਕਣ ਆਏ ਹਨ। ਬੰਧਨ ਠਾਨੀ ਹੋਏ ਅਧੀਨ। ਔਰ ਬੜੀ ਨਿਮਰਤਾ ਨਾਲ ਮੱਥਾ ਟੇਕਿਆ ਮਹਾਰਾਜ ਦੇ ਚਰਨਾਂ ਵਿੱਚ ਆ ਕੇ। ਭਨਤ ਬਿਨੈ ਬਨ ਆਗਿਆ ਦੀਨ। ਔਰ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਰਾਵਰ ਕੀ ਆਗਿਆ ਜਿਮ ਹੋਈ। ਆਪ ਜੀ ਦਾ ਜਿਵੇਂ ਹੁਕਮ ਹੋਇਆ ਸੀ ਉਵੇਂ ਹੀ ਮਹਾਰਾਜ ਦਾਸ ਨੇ ਜਾ ਕੇ ਸੇਵਾ ਨਿਭਾਈ ਹੈ। ਸੁਧਰਿਓ ਕਾਜ ਭਇਓ ਪੁਰ ਸੋਈ। ਆਪ ਜੀ ਦੀ ਕਿਰਪਾ ਨਾਲ ਗੋਇੰਦਵਾਲ ਦੇ ਭੂਤ ਪ੍ਰੇਤ ਸਭ ਦੌੜ ਗਏ ਨੇ, ਕਾਰਜ ਸਭ ਰਾਸ ਹੋ ਗਏ ਨੇ। ਲਗੇ ਮਜੂਰ ਕਰਤ ਹੈ ਕਾਰੇ। ਔਰ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਮਜ਼ਦੂਰ ਲੱਗ ਗਏ ਨੇ, ਜਿਹੜੇ ਹੁਣ ਰੋਜ਼ ਮਕਾਨ ਬਣਾ ਰਹੇ ਨੇ, ਮਿਸਤਰੀ ਕਾਰੀਗਰ ਲੱਗੇ ਹੋਏ ਨੇ। ਕੇਤਕ ਕਰੇ ਨਿਕੇਤ ਸੋ ਤਿਆਰੇ। ਔਰ ਕਿੰਨੇ ਘਰ ਤਾਂ ਬਣ ਵੀ ਗਏ ਨੇ ਤੇ ਕਈ ਅਜੇ ਬਣ ਰਹੇ ਨੇ। ਸ੍ਰੀ ਅੰਗਦ ਸੁਣ ਭਏ ਪ੍ਰਸੰਨ। ਸੁਣ ਕੇ ਗੁਰੂ ਅੰਗਦ ਦੇਵ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ। ਪੁਰਖਾ ਅਬ ਐਸੇ ਬਚ ਮਨ। ਮਹਾਰਾਜ ਕਹਿੰਦੇ ਪੁਰਖਾ, ਸਤਿਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਪੁਰਖਾ ਕਿਹਾ ਕਰਦੇ ਸਨ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨੂੰ ਪੁਰਖਾ ਕਿਹਾ ਕਰਦੇ ਸਨ। ਪੁਰਖ ਦਾ ਬਹੁਤ ਵੱਡਾ ਵਿਸ਼ਾਲ ਅਰਥ ਹੈ। ਪੁਰਖ ਨਾਮ ਹੈ ਪੁਰ ਵਿੱਚ ਜੋ ਵਿਆਪਕ ਹੈ, ਪਰਮੇਸ਼ਰ ਦਾ ਹੀ ਰੂਪ ਹੁੰਦਾ ਪੁਰਖ। ਸੋ ਪੁਰਖਾ ਤੂੰ ਸਾਡਾ ਇਹ ਬਚਨ ਮੰਨ ਹੁਣ। ਨਿਜ ਪਰਿਵਾਰ ਹਕਾਰ ਹੋ ਸਾਰਾ। ਆਪਣਾ ਸਾਰਾ ਪਰਿਵਾਰ ਆਪਣੇ ਬੱਚੇ ਇੱਥੇ ਬੁਲਾ ਲਿਆਓ। ਬਸੋ ਤਹਾਂ ਸੁਖ ਲਹੋ ਉਦਾਰਾ। ਬਾਸਰ ਕੇ ਪਿੰਡ ਤੋਂ ਆਪਣੇ ਪਰਿਵਾਰ ਨੂੰ ਕਹੋ ਵੀ ਇਹ ਨਵੇਂ ਪਿੰਡ ਵਿੱਚ ਆ ਕੇ ਵਸ ਜਾਣ। ਅਪਰ ਜੇ ਆਵਹਿ ਬਸਬੇ ਕਾਰਨ। ਹੋਰ ਵੀ ਕੋਈ ਵਸਣ ਵਾਸਤੇ ਗੋਇੰਦਵਾਲ ਸਾਹਿਬ ਆਵੇ ਤੇ ਉਹਨੂੰ ਉੱਥੇ ਵਸਾ ਲਵੋ। ਨਹਿ ਬਸਾਵਹੋ ਸਦਨ ਉਸਾਰਨ। ਸਾਰਿਆਂ ਨੂੰ ਨਵੇਂ ਘਰ ਬਣਾ ਕੇ ਦਿਓ। ਸਾਰਿਆਂ ਨੂੰ ਆਖੋ ਵੀ ਇੱਥੇ ਆ ਕੇ ਆਪਣਾ ਕਾਰੋਬਾਰ ਖੋਲ੍ਹਣ, ਤਾਂ ਕਿ ਇੱਥੇ ਸਿੱਖੀ ਦਾ ਕੇਂਦਰ ਬਣ ਸਕੇ। ਬਾਸ ਤੁਮਾਰ ਸਮੀਪ ਹਮਾਰੇ। ਮਹਾਰਾਜ ਕਹਿੰਦੇ ਅਸੀਂ ਵੀ ਤੁਹਾਡੇ ਲਾਗੇ ਰਹਾਂਗੇ। ਇਹ ਖੰਡੂਰ ਸਾਹਿਬ ਨੇੜੇ ਹੈ, ਗੋਇੰਦਵਾਲ ਸਾਹਿਬ ਨੇੜੇ ਹੈ। ਕਦੀ ਤੁਸੀਂ ਸਾਡੇ ਕੋਲ ਆ ਜਾ ਕਰੋ, ਕਦੀ ਅਸੀਂ ਤੁਹਾਨੂੰ ਜਾ ਕੇ ਮਿਲ ਆਇਆ ਕਰਾਂਗੇ। ਮਿਲੋ ਚਾਹੋ ਰਹਿ ਸਦਨ ਮਝਾਰੇ। ਹਾਂ, ਜਦੋਂ ਜੀ ਕਰੇ ਇੱਥੇ ਆਓ, ਜਦੋਂ ਜੀ ਕਰੇ ਗੋਇੰਦਵਾਲ ਸਾਹਿਬ ਜਾ ਕੇ ਰਹੋ, ਮਿਲਦੇ ਵੀ ਰਹੋ ਤੇ ਆਪਣਾ ਘਰ ਵੀ ਬਣਾਓ। ਅਬ ਬਾਸਰ ਕੇ ਗ੍ਰਾਮ ਸਿਧਾਰੋ। ਹੁਣ ਤੁਸੀਂ ਬਾਸਰ ਕੇ ਪਿੰਡ ਜਾਓ ਸਾਡਾ ਹੁਕਮ ਮੰਨ ਕੇ। ਮਿਲੋ ਸਭਨ ਸੋ ਕਰ ਹਿਤਕਾਰ ਹੋ। ਔਰ ਆਪਣੇ ਪਿਆਰ ਨਾਲ ਪਰਿਵਾਰ ਨੂੰ ਸਾਰਿਆਂ ਨੂੰ ਮਨਾਓ ਵੀ ਇੱਥੇ ਆ ਜਾਣ। ਚਿਰੰਕਾਰ ਬੀਤਾ ਤੁਝ ਆਏ। ਕਿਉਂਕਿ ਤੁਹਾਨੂੰ ਪਿੰਡ ਤੋਂ ਆਇਆਂ ਨੂੰ ਵੀ ਕਈ ਸਾਲ ਹੋ ਗਏ। ਸਾਧ ਸੰਗਤ ਜੀ, ਜਦੋਂ ਦੇ ਗੁਰੂ ਅਮਰਦਾਸ ਜੀ ਮਹਾਰਾਜ ਸੇਵਾ 'ਚ ਲੱਗੇ ਨਾ, ਮੁੜ ਕੇ ਪਿੰਡ ਨਹੀਂ ਗੇੜਾ ਮਾਰਿਆ। ਇੰਨਾ ਗੁਰੂ ਨਾਲ ਪਿਆਰ ਪਿਆ, ਇੰਨੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਪ੍ਰੀਤ ਬਣੀ ਵੀ ਸਾਰਾ ਕੁਝ ਹੀ ਸੰਸਾਰ ਭੁੱਲ ਹੀ ਗਿਆ ਵੀ ਮੇਰਾ ਕੋਈ ਪਿੱਛੇ ਪਰਿਵਾਰ ਵੀ ਹੈ, ਕੋਈ ਮੇਰੇ ਬੱਚੇ ਹਨ, ਮੇਰਾ ਪਿੰਡ ਹੈ, ਮੇਰੀ ਜ਼ਮੀਨ ਹੈ, ਉਹਦਾ ਖਿਆਲ ਨਹੀਂ ਆਇਆ।
ਅੱਜ ਮਹਾਰਾਜ ਕਹਿ ਰਹੇ ਜਾਓ, ਹੁਣ ਬਹੁਤ ਚਿਰ ਹੋ ਗਿਆ ਤੁਹਾਨੂੰ ਆਇਆਂ ਨੂੰ ਪਿੰਡ ਤੋਂ। ਨਹਿ ਕੁਟੰਬ ਸੋ ਮਿਲਿਓ ਸਿਧਾਏ। ਇੰਨੇ ਸਾਲਾਂ ਦੇ ਤੁਸੀਂ ਆਪਣੇ ਪਰਿਵਾਰ ਨੂੰ ਮਿਲੇ ਨਹੀਂ। ਲੈ ਆਵੋ ਜਾਵੋ ਤਤਕਾਲ। ਜਾਓ ਹੁਣ ਪਰਿਵਾਰ ਨੂੰ ਇਕੱਠਿਆਂ ਲੈ ਕੇ ਇੱਥੇ ਆਓ। ਕਰੋ ਬਾਸ ਅਬ ਗੋਇੰਦਵਾਲ। ਬਾਸਰਕੇ ਤੋਂ ਗੋਇੰਦਵਾਲ ਲੈ ਆਓ ਪਰਿਵਾਰ ਤੇ ਇੱਥੇ ਵਸੋ। ਆਏ ਸਪਾਏ ਗੁਰੂ ਕੀ ਗਏ। ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਦਾ ਹੁਕਮ ਹੋਇਆ, ਸ੍ਰੀ ਅਮਰਦਾਸ ਜੀ ਬਾਸਰਕੇ ਨੂੰ ਚੱਲ ਪਏ। ਸਭ ਲੋਕਨ ਸੰਗ ਮਿਲਤੇ ਭਏ। ਜਾ ਕੇ ਆਪਣੇ ਪਰਿਵਾਰ ਨੂੰ, ਆਪਣੇ ਪਿੰਡ ਦੇ ਜੀਆਂ ਨੂੰ ਮਿਲੇ ਹਨ। ਗੁਰ ਪ੍ਰਸੰਨ ਭਏ ਕਥਾ ਸੁਣਾਈ। ਔਰ ਗੁਰੂ ਸਾਹਿਬ ਦੀ ਖੁਸ਼ੀ ਮਿਲ ਗਈ ਹੈ, ਇਹ ਆਪਣੇ ਪਰਿਵਾਰ ਨੂੰ ਦੱਸਿਆ। ਦਈ ਮੋਹੇ ਸਭ ਭਾਂਤ ਵਡਾਈ। ਮੈਨੂੰ ਵਡਿਆਈਆਂ ਦਿੱਤੀਆਂ ਨੇ, ਮੈਨੂੰ ਹੁਕਮ ਦਿੱਤਾ ਵੀ ਨਵਾਂ ਨਗਰ ਵਸਾਓ। ਅਬ ਗੁਰ ਹੁਕਮ ਭਇਓ ਇਸ ਢਾਲ। ਉਹਨਾਂ ਦਾ ਇਸ ਤਰ੍ਹਾਂ ਦਾ ਹੁਕਮ ਹੋਇਆ ਹੈ ਬਸੋ ਜਾਏ ਕਰ ਗੋਇੰਦਵਾਲ। ਕਿ ਪਰਿਵਾਰ ਸਮੇਤ ਗੋਇੰਦਵਾਲ ਜਾ ਕੇ ਵਸਣਾ ਹੈ। ਦੇਰ ਨਾ ਕਰੋ ਚਲੋ ਮਮ ਸੰਗ। ਹੁਣ ਤੁਸੀਂ ਸਾਰੇ ਮੇਰੀ ਗੱਲ ਮੰਨੋ, ਦੇਰ ਨਾ ਕਰੋ, ਤਿਆਰੀ ਕਰੋ, ਗੱਡਿਆਂ ਰੇੜਿਆਂ ਤੇ ਸਮਾਨ ਲੱਦੋ, ਆਪਾਂ ਨਵੇਂ ਪਿੰਡ ਚੱਲੀਏ। ਪੁਰ ਸੁੰਦਰ ਕਰ ਹੋਏ ਉਤੰਗ। ਗੋਇੰਦਵਾਲ ਬੜਾ ਸੋਹਣਾ ਨਗਰ ਹੈ, ਉੱਚੇ ਸੋਹਣੇ ਮਕਾਨ ਉੱਥੇ ਪਾਵਾਂਗੇ, ਉੱਥੇ ਰਵਾਂਗੇ। ਜੇ ਤਿਕ ਮਾਨੇ ਬਾਕ ਭਨੇ ਜਬ। ਜਿੰਨੇ ਕੁ ਪਰਿਵਾਰ ਦੇ ਜੀ ਮੰਨਣ ਵਾਲੇ ਸੀ ਉਹਨਾਂ ਨੇ ਮੰਨ ਲਏ ਬਚਨ। ਉਠੇ ਸ਼੍ਰੀ ਅਮਰ ਸੰਗ ਭੇ ਸੋ ਸਭ। ਉਹ ਸਾਰੇ ਉੱਠ ਕੇ ਗੁਰੂ ਅਮਰਦਾਸ ਜੀ ਦੇ ਨਾਲ ਜਾਣ ਨੂੰ, ਗੋਇੰਦਵਾਲ ਜਾਣ ਨੂੰ ਰਾਜੀ ਹੋ ਗਏ, ਤਿਆਰ ਹੋ ਪਏ। ਪਹੁੰਚੇ ਗੋਇੰਦਵਾਲ ਸੋ ਜਾਏ। ਉਹ ਸਾਰੇ ਜੀ ਗੋਇੰਦਵਾਲ ਸਾਹਿਬ ਆ ਗਏ। ਬਸੇ ਠਾਨ ਰੁਚ ਸਭ ਸੁਖ ਪਾਏ। ਬੜੀ ਰੁਚੀ ਨਾਲ, ਖੁਸ਼ੀ ਨਾਲ ਇੱਥੇ ਵਾਸਾ ਕੀਤਾ ਹੈ। ਸ੍ਰੀ ਅੰਗਦ ਕੇ ਦਰਸ਼ਨ ਕਾਰਨ। ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਵਾਸਤੇ ਜਾਏ ਖਡੂਰ ਸੋ ਕਰਹਿ ਨਿਹਾਰਨ। ਰੋਜ਼ ਖੰਡੂਰ ਸਾਹਿਬ ਜਾਂਦੇ ਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ। ਪਾਛਲ ਪਾਏ ਚਲਹਿ ਜਬ ਆਵੈ। ਔਰ ਜਦੋਂ ਦਰਸ਼ਨ ਕਰਕੇ ਵਾਪਸ ਮੁੜਦੇ ਤੇ ਪਿਛਲੇ ਪੈਰੀ ਆਉਂਦੇ, ਭਾਵ ਉਦੋਂ ਗੁਰੂ ਕੀ ਨਗਰੀ ਖੰਡੂਰ ਸਾਹਿਬ ਵੱਲ ਪਿੱਠ ਨਹੀਂ ਕਰਦੇ। 3 ਕੋਸ ਲਗ ਏਵ ਸਿਧਾਵੈ। 3 ਕੋਹ ਤੱਕ ਇਸੇ ਤਰ੍ਹਾਂ ਹੀ ਮਹਾਰਾਜ ਪੈਦਲ ਆਇਆ ਕਰਦੇ ਸਨ, ਪਿਛਲੇ ਪੈਰੀ ਆਉਂਦੇ ਸਨ। ਕਹਾਂ ਖੜੇ ਹੋਏ ਬੰਧਨ ਥਨ ਹੈ। ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਹੈ, ਇੱਥੇ ਖਲੋ ਕੇ ਫਿਰ ਖੰਡੂਰ ਸਾਹਿਬ ਵੱਲ ਮੱਥਾ ਟੇਕਦੇ ਸਨ। ਪੁਨ ਘਰ ਦਿਸ਼ ਮੁਖ ਕਰਹਿ ਪਿਆਨ ਹੈ। ਫਿਰ ਆਪਣੇ ਘਰ ਵੱਲ ਮੂੰਹ ਕਰਦੇ ਗੋਇੰਦਵਾਲ ਸਾਹਿਬ ਵੱਲ ਤੁਰ ਪੈਂਦੇ। ਕੇਤਕ ਸਿੱਖਨ ਤੇ ਸੁਨ ਔਰ। ਫਿਰ ਹੋਰ ਸਿੱਖਾਂ ਤੋਂ ਸੁਣ ਕੇ ਜਲ ਗਾਗਰ ਆਨਤ ਇਸ ਠੌਰ। ਕਹਿੰਦੇ ਸੁਣਿਆ ਹੈ, ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਨੇ ਵੀ ਜਲ ਦੀ ਗਾਗਰ ਵੀ ਜਦੋਂ ਲਿਆਂਦੇ ਸਨ, ਇੱਥੋਂ ਤੱਕ ਪਿਛਲੇ ਪੈਰੀ ਆਉਂਦੇ ਸਨ, ਇੱਥੇ ਲਿਆ ਕੇ ਜਲ ਦੀ ਗਾਗਰ ਰੱਖ ਕੇ ਸਾਹ ਲੈਂਦੇ ਸਨ, ਫਿਰ ਮੱਥਾ ਟੇਕ ਕੇ ਫਿਰ ਗੁਰੂ ਸਾਹਿਬ ਵੱਲ ਤੁਰ ਪੈਂਦੇ ਸਨ। ਇਸ ਤਰ੍ਹਾਂ ਦੀ ਤਪੱਸਿਆ ਸੀ ਉਹਨਾਂ ਦੀ। ਨਦੀ ਬਿਪਾਸਾ ਤੇ ਭਰ ਲਿਆਵਹਿ। ਰੋਜ਼ ਗਾਗਰ ਜਲ ਦੀ ਲਿਆਂਦੇ ਹੁੰਦੇ ਸਨ ਰਾਤ ਨੂੰ ਬਿਆਸਾ ਦਰਿਆ ਤੋਂ ਗੁਰੂ ਸਾਹਿਬ ਦੇ ਇਸ਼ਨਾਨ ਵਾਸਤੇ। ਸ੍ਰੀ ਗੁਰ ਕੋ ਇਸ਼ਨਾਨ ਕਰਾਵਹਿ। ਔਰ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਂਦੇ ਹੁੰਦੇ ਸਨ। ਲੈਨ ਜਾਹੇ ਚਲ ਪਾਛਲ ਔਰ ਜਦੋਂ ਜਾਂਦੇ ਸੀ ਉਸ ਵੇਲੇ ਪੈਰ ਪਿਛਾਂ ਪੁੱਟਦੇ ਸੀ, ਖੰਡੂਰ ਸਾਹਿਬ ਵੱਲ ਪਿੱਠ ਨਹੀਂ ਸੀ ਕਰਦੇ। ਆਨਨ ਰੱਖ ਹੈ ਤਬ ਗੁਰ ਔਰ। ਆਪਣਾ ਮੁਖ ਗੁਰੂ ਕੀ ਨਗਰੀ ਵੱਲ ਰੱਖਦੇ ਸਨ, ਸਨਮੁਖ ਰਹਿੰਦੇ ਸਨ ਗੁਰੂ ਦੇ। ਇਸ ਥਲ ਆਵਹਿ ਸੀਸ ਨਿਵਾਵਹਿ। ਜਦੋਂ ਇੱਥੇ ਦਮਦਮੇ ਵਾਲੀ ਥਾਂ ਤੇ ਆਉਂਦੇ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਹੈ, ਇੱਥੋਂ ਫਿਰ ਮੱਥਾ ਟੇਕਿਆ ਕਰਦੇ ਸੀ। ਪੁਨ ਸਲਤਾ ਦਿਸ਼ ਮੁਖ ਕਰ ਜਾਵਹਿ। ਫਿਰ ਦਰਿਆ ਵੱਲ ਮੂੰਹ ਕਰ ਲੈਂਦੇ ਸੀ। ਨਿਤ ਪ੍ਰਤ ਕਰ ਹੈ ਇਸੀ ਬਿਦਕਾਰ। ਨਿਤਾ ਪ੍ਰਤੀ ਐਵਰੀਡੇ ਇਹ ਕੰਮ ਕਰਦੇ ਸੀ। ਹਿਮ ਸੇਵ ਹੈ ਸ੍ਰੀ ਗੁਰ ਦਰਬਾਰ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਆਪਣੇ ਗੁਰੂ ਦੀ ਸੇਵਾ ਕਰਦੇ ਸੀ। ਸ੍ਰੀ ਅਮਰਦਾਸ ਜੀ ਪਰਸੁਰਾਮ ਤਪ ਤਪੇ ਵਿਸਾਲਾ। ਕਹਿੰਦੇ ਆ ਵੀ ਪਰਸੁਰਾਮ ਨੇ ਪੁਰਾਣੇ ਯੁੱਗਾਂ ਵਿੱਚ ਬੜਾ ਤਪ ਕੀਤਾ ਸੀ। ਬਰਖ ਹਜ਼ਾਰਾਂ ਬਨ ਸਭ ਕਾਲਾ। ਹਜ਼ਾਰਾਂ ਸਾਲ ਪਰਸੁਰਾਮ ਨੇ ਤਪ ਕੀਤਾ ਸੀ। ਇਹ ਪੁਰਾਣੇ ਰਮਾਇਣਵਾਦ ਆਦਿ ਗ੍ਰੰਥਾਂ 'ਚ ਲਿਖਿਆ ਮਿਲਦਾ ਹੈ। ਪ੍ਰਾਪਤ ਕਲਾ ਵਿਸ਼ਨ ਕੀ ਚਾਰ। ਉਹਦੇ ਤਪ ਤੋਂ ਉਹਨੂੰ ਵਿਸ਼ਨੂੰ ਭਗਵਾਨ ਦੀਆਂ 4 ਕਲਾ ਪ੍ਰਾਪਤ ਹੋਈਆਂ ਸਨ। ਕਹਿੰਦੇ ਨਾ ਵੀ 4 ਕਲਾ ਸੀ ਪਰਸੁਰਾਮ ਕੋਲ, ਵਿਸ਼ਨੂੰ ਅਵਤਾਰ ਹੋਣ ਦੀ ਨਿਸ਼ਾਨੀ ਸੀ। ਜਦੋਂ ਦਸਮ ਪਾਤਸ਼ਾਹ ਨੇ 24 ਅਵਤਾਰਾਂ ਦੀ ਕਥਾ ਲਿਖੀ ਹੈ, 24 ਅਵਤਾਰ ਵਿਸ਼ਨੂੰ ਦੇ ਲਿਖੇ ਨੇ, ਉਹਦੇ ਵਿੱਚ ਪਰਸੁਰਾਮ ਨੂੰ ਵੀ ਵਿਸ਼ਨੂੰ ਦਾ ਅਵਤਾਰ ਮੰਨਿਆ, ਪਰ ਕਲਾ ਇਹਦੇ ਕੋਲ 4 ਹੀ ਸਨ। ਰਾਮਚੰਦਰ ਜੀ ਕੋਲ 12 ਕਲਾ ਸਨ, 2 ਪਰਸੁਰਾਮ ਦੀਆਂ ਖੋਹ ਲਈਆਂ ਤੇ 14 ਹੋ ਗਈਆਂ। ਰਾਮਚੰਦਰ ਜੀ ਕੋਲ 2 ਰਹਿ ਗਈਆਂ ਪਰਸੁਰਾਮ ਕੋਲ।
ਸੋ ਇਸ ਤਰ੍ਹਾਂ ਇਹ ਪਰਸ਼ੁਰਾਮ ਜੀ ਜਿਹੜੇ ਇਹ ਵਿਸ਼ਨੂੰ ਦੇ ਅਵਤਾਰ ਮੰਨੇ, ਬੜਾ ਤਪ ਕੀਤਾ ਇਹਨਾਂ ਨੇ। ਭਇਓ ਨਾ ਤੋ ਬੜੋ ਅਵਤਾਰ। ਤਪ ਤਾਂ ਕੀਤਾ ਪਰ ਵੱਡੇ ਅਵਤਾਰ ਨਹੀਂ ਬਣ ਸਕੇ, ਜਿੱਡਾ ਉਹ ਪੂਰਨ ਵਿਸ਼ਨੂੰ 16 ਕਲਾ ਜਿਵੇਂ ਕ੍ਰਿਸ਼ਨ ਜੀ ਹੋਏ ਨੇ, ਉਸ ਪਦਵੀ ਤੱਕ ਨਹੀਂ ਪਹੁੰਚ ਸਕੇ ਪਰਸ਼ੁਰਾਮ ਜੀ। ਇਨ ਹੋਇ ਕਾਦਸ਼ ਸੰਮਤ ਮਾਹੀ। ਆਖੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਕੇਵਲ 11 ਸਾਲ ਦੀ ਸੇਵਾ ਵਿੱਚ ਹੀ ਸੇਵਾ ਕਰੀ ਰਜਾਏ ਤਾਹੀ। ਉਧਰ ਪਰਸ਼ੁਰਾਮ ਨੇ ਹਜ਼ਾਰਾਂ ਸਾਲ ਤਪ ਕੀਤਾ, ਫਿਰ ਵੀ ਉਹ ਵਿਸ਼ਨ ਅਵਤਾਰ ਨਹੀਂ ਬਣ ਸਕਿਆ। ਪੂਰਨ ਕਲਾ ਨਹੀਂ ਆਈ, ਉਹਦੇ 4 ਕਲਾ ਹੀ ਆਈਆਂ। ਇਧਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ 12 ਸਾਲ ਸੇਵਾ ਕਰਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪੂਰਨ ਕਲਾਵਾਨ ਹੋ ਗਏ ਹਨ। ਪੂਰਨ ਭਏ ਪ੍ਰਭੂ ਅਵਤਾਰੇ। ਇਹ ਪਰਮੇਸ਼ਰ ਦਾ, ਨਿਰੰਕਾਰ ਦਾ, ਅਕਾਲ ਪੁਰਖ ਦਾ ਅਵਤਾਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਬਾਰੇ ਭੱਟਾ ਨੇ ਕਿਹਾ ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਹਾਂਜੀ। ਜਗ ਮਹਿ ਦਾਸ ਉਧਾਰ ਹਜ਼ਾਰੇ। ਹਜ਼ਾਰਾਂ ਦਾਸਾਂ ਨੂੰ ਤਾਰਨ ਵਾਲੇ ਧੰਨ ਗੁਰੂ ਅਮਰਦਾਸ ਸਾਹਿਬ ਜੀ 12 ਸਾਲ ਦੀ ਸੇਵਾ ਵਿੱਚ ਉੱਥੇ ਪਹੁੰਚ ਗਏ, ਜਿੱਥੇ ਭਗਵਾਨ ਪਰਸ਼ੁਰਾਮ ਜੀ ਕਈ ਯੁੱਗਾਂ ਦੀ ਤਪੱਸਿਆ ਕਰਕੇ ਵੀ ਨਹੀਂ ਪਹੁੰਚ ਸਕੇ। ਜਾਂ ਤੇ ਸਤਿਗੁਰ ਅਰ ਸਤ ਸੰਗ। ਇਸ ਕਰਕੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਦੀ ਵਡਿਆਈ ਵੱਡੀ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਾਧ ਸੰਗਤ ਦੀ ਮਹਿਮਾ ਮਹਾਨ ਹੈ। ਇਨਕੀ ਸੇਵਾ ਅਧਿਕ ਉਤੰਗ। ਗੁਰੂ ਕੀ ਉਹ ਸਾਧ ਸੰਗਤ ਦੀ ਸੇਵਾ ਦਾ ਫਲ ਜ਼ਿਆਦਾ ਹੈ। ਬਰਖ ਹਜ਼ਾਰ ਹੋ ਤਪ ਜੇ ਘਾਲੇ। ਜੇ ਕੋਈ ਹਜ਼ਾਰਾਂ ਸਾਲ ਤਪ ਕਰੇ, ਤਿੰਨ ਤੇ ਸੇਵਾ ਅਹਿ ਵਿਸਾਲੇ। ਸੇਵਾ ਗੁਰੂ ਘਰ ਦੀ ਇੱਕ ਦਿਨ ਕਰ ਲਵੇ ਤੇ ਉਹ ਹਜ਼ਾਰਾਂ ਸਾਲ ਦੇ ਤਪ ਨਾਲੋਂ ਸੇਵਾ ਦਾ ਫਲ ਜ਼ਿਆਦਾ ਹੈ। ਜਬ ਕਬ ਅਬ ਅਰ ਆਗੇ ਕੋਈ। ਕਵੀ ਜੀ ਕਹਿੰਦੇ ਜਦੋਂ ਕਦੋਂ, ਅੱਜ ਵੀ ਭਾਵੇਂ ਕਰ ਲਵੇ, ਭਾਵੇਂ ਆਉਣ ਵਾਲੇ ਸਮੇਂ 'ਚ ਫਿਊਚਰ 'ਚ ਵੀ ਕੋਈ ਕਰ ਲਵੇ। ਸੇਵ ਬਿਖੈ ਮਨ ਲਾਭ ਹੈ ਜੇਈ। ਜਿਹੜਾ ਆਪਣਾ ਮਨ ਸੇਵਾ 'ਚ ਲਾਏਗਾ ਉਹਨੂੰ ਇਹ ਪ੍ਰਾਪਤੀਆਂ ਹੋ ਜਾਣਗੀਆਂ। ਤਿੰਨ ਕੋ ਬਹੁਰ ਨਾ ਕਰਬੋ ਰਹਿਓ। ਉਹਨਾਂ ਨੂੰ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਹਾਂਜੀ। ਭੋਗ ਮੋਖ ਦੋਨੋਂ ਹੋ ਤਿਹੁ ਲਹਿਓ। ਉਹਨੇ ਭੋਗ ਮੋਖ ਦੋਵੇਂ ਹੀ ਪ੍ਰਾਪਤ ਕਰ ਲਏ। ਰਾਜ ਵੀ ਮਿਲ ਗਿਆ ਉਹਨੂੰ, ਜੋਗ ਵੀ ਮਿਲ ਗਿਆ। ਸ੍ਰੀ ਗੁਰੂ ਅਮਰਦਾਸ ਕੇ ਭਰਾਤਾ। ਗੁਰੂ ਅਮਰਦਾਸ ਜੀ ਦੇ ਜੋ 3 ਭਰਾ ਹੋਰ ਸਨ, ਆਇਓ ਰਾਮਾ ਤਹਾਂ ਜਮਾਤਾ। ਤੇ ਇੱਕ ਗੁਰੂ ਮਹਾਰਾਜ ਦਾ ਜਵਾਈ ਸੀ ਰਾਮਾ, ਬੀਬੀ ਦਾਨੀ ਦਾ ਘਰ ਵਾਲਾ, ਉਹ ਵੀ ਆ ਗਿਆ ਤੇ 3 ਭਰਾ ਵੀ ਇੱਥੇ ਆ ਗਏ। ਜਿਤਕ ਭਤੀਜੇ ਸੋ ਸਭ ਆਏ। ਜੀ ਗੁਰੂ ਅਮਰਦਾਸ ਦੇ ਜਿੰਨੇ ਭਤੀਜੇ ਸੀ, ਜਿਹਨਾਂ 'ਚ ਭਾਈ ਗੁਰਦਾਸ ਜੀ ਵੀ ਇੱਕ ਭਤੀਜੇ ਸੀ ਨਾ ਮਹਾਰਾਜ ਦੇ, ਇਹ ਸਾਰੇ ਹੀ ਆ ਗਏ। ਗੋਇੰਦਵਾਲ ਬਸੇ ਘਰ ਪਾਏ। ਤੇ ਗੋਇੰਦਵਾਲ ਆ ਗਏ ਬਾਸਰ ਕੇ ਤੋਂ। ਸਾਰਿਆਂ ਨੇ ਆਪਣੇ ਘਰ ਵੱਖਰੇ ਵੱਖਰੇ ਗੋਇੰਦਵਾਲ 'ਚ ਬਣਾ ਲਏ। ਇਤਿਆਦਿਕ ਸੰਬੰਧੀ ਸਾਰੇ। ਇਸ ਤਰ੍ਹਾਂ ਦੇ ਸਾਰੇ ਸੰਬੰਧੀ ਰਿਸ਼ਤੇਦਾਰ ਆਏ ਬਸੇ ਗੁਰ ਨਿਕਟ ਸੁਖਾਰੇ। ਗੁਰੂ ਘਰ ਦੇ ਵਿੱਚ ਆ ਵਸੇ। ਪ੍ਰਾਪਤ ਸਰਬੋਤਮ ਵਡਿਆਈ। ਸਭ ਤੋਂ ਵੱਡੀ ਵਡਿਆਈ ਸਤਿਗੁਰੂ ਜੀ ਨੂੰ, ਮਹਾਰਾਜ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ ਨੂੰ ਪ੍ਰਾਪਤ ਹੋਈ ਹੈ। ਮਨ ਹੈ ਮਾਨਵ ਬਹੁ ਸੁਖ ਪਾਈ। ਤੇ ਸਭ ਦੁਨੀਆ ਮੰਨਦੀ ਹੈ, ਜਿਹੜਾ ਜਿਹੜਾ ਮੰਨਦਾ ਉਹ ਸੁਖ ਪਾਉਂਦਾ ਹੈ। ਸਭ ਲਾਇਕ ਸੰਬੰਧੀ ਜਾਨ। ਮਹਾਰਾਜ ਸੱਚੇ ਗੁਰੂ ਅਮਰਦਾਸ ਸਾਹਿਬ ਨੂੰ ਗੋਇੰਦਵਾਲ ਸਾਹਿਬ 'ਚ ਵਸਾਇਆ। ਉਸ ਤੋਂ ਬਾਅਦ ਕਿਵੇਂ ਉਹਨਾਂ ਦੇ ਬਖਸ਼ਿਸ਼ਾਂ ਹੋਣਗੀਆਂ, ਉਹ ਕਥਾ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ।